ਹਾਲੇਲੂਇਆ ਹਾਲੇਲੂਇਆ। ਦੂਸਰਾ ਸ਼ੁਰੂ ਹੋ ਗਿਆ। ਧੰਨਵਾਦ। ਹਾਲੇਲੂਇਆ। ਧੰਨਵਾਦ ਧੰਨਵਾਦ ਧੰਨਵਾਦ। हे ਮੇਰੇ ਪਰਮੇਸ਼ਰ, ਤੇਰਾ ਧੰਨਵਾਦ। ਹਾਲੇਲੂਇਆ। ਧੰਨਵਾਦ ਹੋ, ਧੰਨਵਾਦ ਮੇਰੇ ਪਰਮੇਸ਼ਰ ਸਵਰਗੀ ਪਿਤਾ। ਜਿਨ੍ਹਾਂ ਨਬੀ 3 ਦਿਨ ਮੱਛੀ ਦੇ ਢਿੱਡ ਵਿੱਚ 3 ਰਾਤਾਂ ਰਿਹਾ ਔਰ ਬਿਰਲਾਪ ਕਰਦਾ ਰਿਹਾ, ਅਰਦਾਸਾਂ ਉਹਦੀ ਆਤਮਾ ਕਰਦੀ ਰਹੀ, ਉਹਦੀ ਸੋਲ ਜਿਹੜੀ ਅੰਦਰ ਦੀ ਸੀ ਉਹ ਅਰਦਾਸਾਂ ਕਰਦੀ ਰਹੀ, ਅੰਦਰ ਹੀ ਉਹਦੀ ਮੱਛੀ ਦੇ ਟਿਕੀ ਰਹੀ। ਪਰਮੇਸ਼ਰ ਨੇ ਉਹਦੀ ਆਤਮਾ ਨੂੰ ਉਸੇ ਅੰਦਰ ਹੀ ਟਿਕਾ ਕੇ ਰੱਖਿਆ। ਅਤੇ 3 ਦਿਨਾਂ ਤੋਂ ਬਾਅਦ ਵਿੱਚ, 3 ਰਾਤਾਂ ਤੋਂ ਬਾਅਦ ਵਿੱਚ ਪਰ ਯਹੋਵਾ ਨੇ ਇੱਕ ਮੱਛੀ, ਵੱਡੀ ਮੱਛੀ ਠਹਿਰਾ ਛੱਡੀ ਸੀ ਜੋ ਜਨਾਹ ਨੂੰ ਨਿਗਲ ਜਾਵੇ ਅਤੇ ਜਨਾਹ 3 ਦਿਨ ਅਤੇ 3 ਰਾਤਾਂ ਮੱਛੀ ਦੇ ਢਿੱਡ ਵਿੱਚ ਰਿਹਾ। ਜਨਾਹ ਦੀ ਪ੍ਰਾਰਥਨਾ। ਤਦ ਜਨਾਹ ਨੇ ਮੱਛੀ ਦੇ ਢਿੱਡ ਵਿੱਚ ਯਹੋਵਾ ਆਪਣੇ ਪਰਮੇਸ਼ਰ ਕੋਲ ਇਉਂ ਪ੍ਰਾਰਥਨਾ ਕੀਤੀ। ਮੈਂ ਆਪਣੀ ਔਖਿਆਈ ਵਿੱਚ ਯਹੋਵਾ ਨੂੰ ਪੁਕਾਰਿਆ ਅਤੇ ਉਹਨੇ ਮੈਨੂੰ ਉੱਤਰ ਦਿੱਤਾ। ਮੈਂ ਪਤਾਲ ਦੇ ਢਿੱਡ ਵਿੱਚੋਂ ਦੁਹਾਈ ਦਿੱਤੀ, ਤੈਂ ਮੇਰੀ ਆਵਾਜ਼ ਸੁਣੀ। ਤੈਂ ਮੈਨੂੰ ਡੂੰਘਾਣ ਵਿੱਚ ਸਮੁੰਦਰ ਦੀ ਤਹਿ ਵਿੱਚ ਸੁੱਟਿਆ ਅਤੇ ਹੜ੍ਹਾਂ ਨੇ ਮੈਨੂੰ ਘੇਰ ਲਿਆ ਅਤੇ ਸਾਰੀਆਂ ਲਹਿਰਾਂ ਅਤੇ ਤਰੰਗ ਮੇਰੇ ਉੱਤੇ ਹੁੰਦੀ ਲੰਘ ਗਏ। ਤਦ ਮੈਂ ਆਖਿਆ, ਮੈਂ ਤੇਰੀਆਂ ਅੱਖੀਆਂ ਤੋਂ ਦੂਰ ਸੁੱਟਿਆ ਗਿਆ, ਤਾਂ ਵੀ ਮੈਂ ਫਿਰ ਤੇਰੀ ਪਵਿੱਤਰ ਹੈਕਲ ਵੱਲ ਤੱਕਾਂਗਾ। ਪਾਣੀਆਂ ਨੇ ਮੈਨੂੰ ਜਾਨ ਤੱਕ ਘੁੱਟ ਲਿਆ, ਡੂੰਘਿਆਈ ਨੇ ਚਫੇਰਿਓਂ ਮੈਨੂੰ ਘੇਰ ਲਿਆ, ਸਾਗਰੀ ਜਾਲਾ ਮੇਰੇ ਸਿਰ ਉੱਤੇ ਵਲੇਟਿਆ ਗਿਆ। ਮੈਂ ਪਹਾੜਾਂ ਦੇ ਮੁੱਢਾਂ ਤੀਕ ਡੁੱਬ ਗਿਆ। ਧਰਤੀ ਦੇ ਆਰਲਾਂ ਨੇ ਸਦਾ ਦੇ ਲਈ ਮੈਨੂੰ ਢੱਕ ਛੱਡਿਆ। ਸਾਡੇ ਦੁੱਖਾਂ ਦੇ ਪਹਾੜ ਜਦੋਂ ਸਾਡੇ 'ਤੇ ਡਿੱਗਦੇ ਆ, ਅਸੀਂ ਵੀ ਇਸੇ ਤਰ੍ਹਾਂ ਹੀ ਜਨਾਹ ਦੀ ਤਰ੍ਹਾਂ ਮੱਛੀ ਦੇ ਢਿੱਡ ਵਿੱਚ ਪਰਮੇਸ਼ਰ ਤੋਂ ਬੇਮੁਖ ਹੋਏ ਮੱਛੀ ਦੇ ਢਿੱਡ ਵਿੱਚ ਹੁੰਦੇ ਹਾਂ। ਅਸੀਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਪਰਮੇਸ਼ਰ ਦੇ ਕਹੇ ਅਨੁਸਾਰ ਨਹੀਂ ਚੱਲਦੇ, ਚਾਹੇ ਅਸੀਂ ਆਪਣੇ ਆਪ ਨੂੰ ਜਿੰਨੇ ਮਰਜ਼ੀ ਸੁੱਚੇ ਅਤੇ ਉੱਚੇ ਅਸੀਂ ਬਣਾਈ ਜਾਈਏ ਆਪਣੇ ਆਪ ਨੂੰ। ਪਰਮੇਸ਼ਰ ਸਾਨੂੰ ਜਾਣਦਾ ਆ। ਜ਼ਰੂਰ ਕਿਤੇ ਨਾ ਕਿਤੇ, ਜਾਂ ਸਾਡੇ ਵੱਡੇ ਵਡੇਰਿਆਂ ਤੋਂ ਲਾ ਕੇ ਸਾਡੇ ਵਿੱਚ ਵੀ, ਅਸੀਂ ਵੀ ਕੁਛ ਇਹ ਨਹੀਂ ਵੀ ਵੱਡੇ ਵਡੇਰਿਆਂ 'ਤੇ ਸਿੱਟੀ ਜਾਈਏ ਸਾਰੀ ਗੱਲ, ਸਾਡੇ 'ਤੇ ਵੀ ਬਹੁਤ ਆ। ਕਿਉਂਕਿ ਨਾਲ ਸਾਡੇ ਬੋਲ ਜਿਹੜੇ ਆ ਉਹਨਾਂ ਨੂੰ ਅਸੀਂ ਕੰਟਰੋਲ ਨਹੀਂ ਕਰਦੇ, ਜੀਭ ਨੂੰ ਕੰਟਰੋਲ ਨਹੀਂ ਕਰਦੇ। ਉਹ ਨਿੱਤ ਨਵੇਂ ਸਰਾਫ ਸਾਡੇ 'ਤੇ ਬਣਦੇ ਰਹਿੰਦੇ ਆ। ਅਸੀਂ ਜੀਭ ਨੂੰ ਕੰਟਰੋਲ ਕਰਕੇ ਇਹਨੇ ਸੁੰਦਰ ਲਫ਼ਜ਼ ਪਰਮੇਸ਼ਰ ਦੇ ਦਿੱਤੇ ਹੋਏ ਬੋਲਣੇ, ਤਾਂ ਕਿ ਅਸੀਂ ਸਾਡੀ ਜੀਭ ਉਹਨਾਂ ਸਰਾਫਾਂ ਨੂੰ ਪਰਮੇਸ਼ਰ ਦੀ ਮਿਹਰ ਨਾਲ ਉਤਾਰ ਸਕੇ। ਉਹ ਤਾਂ ਚੜ੍ਹਾਈ ਜਾਂਦੀ ਰਹਿੰਦੀ ਹੈ ਉਲਟੇ ਬੋਲ ਕੇ, ਗਾਲਾਂ ਕੱਢ ਕੇ, ਭੈੜਾ ਬੋਲ ਕੇ, ਕਿਸੇ ਨੂੰ ਦੁਰਦੀ ਸੀਸ ਦੇ ਕੇ, ਕਿਸੇ ਨਾਲ ਨਫ਼ਰਤ ਕਰਕੇ, ਜਿਹੜੀ ਬੋਲਣ ਨਾਲੋਂ ਵੀ ਅੰਦਰ ਦੀ ਨਫ਼ਰਤ। ਜਿਵੇਂ ਪਰਮੇਸ਼ਰ ਨੇ ਕਿਹਾ ਸੀ, ਸੋਚ ਲਿਆ ਤੇ ਜਿਨਾਹ ਕਰ ਲਿਆ। ਅੰਦਰ ਜੈਲਸੀ ਸੋਚ ਲਈ ਤੇ ਜੈਲਸ ਹੋ ਗਈ। ਸੋਚਣੀ ਤਾਂ ਸਾਨੂੰ ਸਭ ਤੋਂ ਜ਼ਿਆਦਾ ਤੰਗ ਕਰਦੀ ਹੈ। ਪ੍ਰਾਪਤ ਚੀਜ਼ ਹੋ ਜਾਣੀ ਤੰਗ ਨਹੀਂ ਕਰਦੀ, ਜਿੰਨੀ ਪ੍ਰਾਪਤ ਨਹੀਂ ਜਿੰਨਾ ਚਿਕਰ ਹੋਈ ਉਹ ਜਿੰਨਾ ਤੰਗ ਕਰਦੀ, ਉਹ ਪ੍ਰਾਪਤ ਹੋਣ ਨਾਲੋਂ ਜ਼ਿਆਦਾ ਤੰਗ ਕਰਦੀ। ਤਾਂ ਹੁਣ ਜਨਾਹ ਨਬੀ ਤਰਲੇ ਕਰਦਾ ਆ, ਉਹਦੀ ਸੋਲ ਪੇਟ ਵਿੱਚ ਅਰਦਾਸਾਂ ਕਰਦੀ ਆ। ਇਸੇ ਤਰ੍ਹਾਂ ਅਸੀਂ ਵੀ ਇਸ ਵੇਲੇ ਪਾਪਾਂ ਦੀ, ਆਪਣੇ ਸਰਾਫਾਂ ਦੀ, ਆਪਣੇ ਦੁੱਖਾਂ ਦੀ ਮੱਛੀ ਦੇ ਢਿੱਡ ਵਿੱਚ ਆ। ਅਤੇ ਅਸੀਂ ਵੀ ਇਸੇ ਪਰਮੇਸ਼ਰ ਦੇ ਕੋਲ, ਜਿੰਦੇ ਪਰਮੇਸ਼ਰ ਦੇ ਕੋਲ ਅਰਦਾਸਾਂ ਕਰਾਂਗੇ, ਪਰਮੇਸ਼ਰ ਦੇ ਆਖੇ ਲੱਗਾਂਗੇ, ਕੰਨ ਫੜਾਂਗੇ, ਜੋ ਸਾਡੇ ਪੁੱਠੇ ਕੰਮ ਆ, ਪੁੱਠੀਆਂ ਚਾਲਾਂ, ਉਹਨਾਂ ਨੂੰ ਛੱਡਾਂਗੇ। ਜਿੱਦਾਂ ਸਾਨੂੰ ਪਰਮੇਸ਼ਰ ਕਹਿੰਦਾ, ਨਾ ਧਰਤੀ ਦੇ ਥੱਲੇ, ਨਾ ਧਰਤੀ ਦੇ ਗੱਬੇ, ਅਤੇ ਨਾ ਧਰਤੀ ਦੇ ਅਸਮਾਨਾਂ 'ਤੇ ਉੱਪਰ, ਨਾ ਧਰਤੀ ਦੇ ਥੱਲੇ, ਨਾ ਧਰਤੀ ਦੇ ਉੱਤੇ, ਨਾ ਅਸਮਾਨਾਂ ਦੇ ਉੱਤੇ, ਕਿਤੇ ਵੀ ਕਿਸੇ ਵੀ ਚੀਜ਼ ਦਾ, ਕਿਸੇ ਵੀ ਹੱਥ ਨਾਲ ਬਣਾਈ ਗਈ ਦਾ ਚੀਜ਼ ਦਾ ਤੂੰ ਪੁਜਾਰੀ ਨਹੀਂ ਹੋਣਾ। ਤੂੰ ਕਿਸੇ ਨੂੰ ਮੱਥੇ ਨਹੀਂ ਟੇਕਣੇ, ਕਿਸੇ ਦੇ ਅੱਗੇ ਗੋਡੇ ਨਹੀਂ ਨਿਵਾਉਣੇ।
मैं तेरा परमेश्वर, तेरा सज्जा हथ फड़ी बैठा हाँ, मैं तेरे अंदर बैठा हाँ। मैं अपने हथ नाल आकाश नूं ताणिया, मैं अपने हथ नाल धरती नूं बनाया, मैं अपने हथ नाल पाणियां नूं बनाया। परमेश्वर ने चानण पैदा किया, नेरे तो वखरा किया। ਉਹ ਪਰਮੇਸ਼ਰ ਕਹਿੰਦਾ ਜਿਹੜਾ ਮੈਂ ਤੈਨੂੰ ਪੇਟ ਵਿੱਚ ਮਾਂ ਦੇ ਬਣਾਇਆ, ਉੱਥੇ ਤੇਰੀ ਕਿਹੜਾ ਗ੍ਰੰਥ ਸੀਗਾ ਖੁੱਲਿਆ ਹੋਇਆ ਤੇਰੇ ਲਈ। ਇੱਥੇ ਵੀ ਪਰਮੇਸ਼ਰ ਸਾਨੂੰ ਬਾਈਬਲ ਦੇ ਬਾਪ ਦੇ ਪੁਜਾਰੀ ਨਹੀਂ ਬਣਾਉਂਦਾ। ਉਹ ਨਹੀਂ ਕਹਿੰਦਾ ਕਿ ਇਹਦੇ ਦੁਆਲੇ ਸੁੰਦਰ ਪਛਾਕੇ ਲਾਓ, ਇਹਦੇ ਲਈ ਪ੍ਰਸ਼ਾਦਾ ਲੈ ਆਓ, ਭੋਗ ਲਾ ਲਓ, ਜੇ ਕਰ ਲਓ, ਭੋਗ ਕਰ ਲਓ, ਇਹਨੂੰ ਚੌਰ ਕਰ ਦਿਓ, ਚੌਰ ਕਰੋ, ਇਹਨੂੰ ਮੱਥਾ ਟੇਕੋ। ਨਾ ਨਾ ਨਾ, ਜਿੱਥੇ ਮਰਜ਼ੀ ਬਾਈਬਲ ਨੂੰ ਕੱਛ 'ਚ ਫੜ ਕੇ ਲੈ ਜਾਓ, ਜਿੱਥੇ ਮਰਜ਼ੀ ਬਹਿ ਜਾਓ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਗੀ। ਅਸੀਂ ਇਸ ਬਚਨ ਦੇ ਪੁਜਾਰੀ, ਜਿਹੜਾ ਇਹ ਬਚਨ ਆ ਉਹ ਸਾਡੇ ਅੰਦਰ ਘਰ ਕਰਦਾ ਆ। ਇਹ ਜਿਹੜੇ ਬੋਲ ਆ ਉਹ ਪਰਮੇਸ਼ਰ ਦੇ ਬੋਲ ਆ। ਅਸੀਂ ਇਹਨਾਂ ਬੋਲਾਂ ਨੂੰ ਆਪਣੇ ਅੰਦਰ ਲੈਣਾ ਆ। ਤੇ ਹੁਣ ਅਸੀਂ ਵੀ ਇਸੇ ਤਰ੍ਹਾਂ ਹੀ ਬੇਨਤੀਆਂ ਕਰਨੀਆਂ, ਅਰਦਾਸਾਂ ਕਰਨੀਆਂ ਕਿ ਪਰਮੇਸ਼ਰ ਸਾਨੂੰ ਇਸ ਚਿੰਤਾ ਦੀ ਮੱਛੀ ਦੇ ਢਿੱਡ 'ਚੋਂ ਕੱਢ, ਹੰਕਾਰ ਵਾਲੀ ਮੱਛੀ ਦੇ ਢਿੱਡ 'ਚੋਂ ਕੱਢ, ਵੈਰ ਵਾਲੀ ਮੱਛੀ ਦੇ ਢਿੱਡ 'ਚੋਂ ਕੱਢ, ਤ੍ਰਿਸ਼ਨਾ ਵਾਲੀ ਮੱਛੀ ਦੇ ਢਿੱਡ 'ਚੋਂ ਕੱਢ, ਜੈਲਸ ਵਾਲੀ ਮੱਛੀ ਦੇ ਢਿੱਡ ਵਿੱਚੋਂ ਕੱਢ, ਸਾਨੂੰ ਇਸ ਵਿਰੋਧ ਵਾਲੀ ਮੱਛੀ ਦੇ ਢਿੱਡ ਵਿੱਚੋਂ ਕੱਢ ਲਾ ਪ੍ਰਭੂ। ਮਿਹਰ ਕਰ ਸਾਡੇ 'ਤੇ, ਈਰਖਾ ਵਾਲੀ ਮੱਛੀ ਦੇ ਢਿੱਡ 'ਚੋਂ ਕੱਢ ਲਾ। ਪਤਾ ਨਹੀਂ ਕਿਉਂਕਿ ਮੱਛੀਆਂ ਸਮੁੰਦਰ ਵਿੱਚ ਬੜੇ ਤਰ੍ਹਾਂ ਦੀਆਂ ਆ, ਤਰ੍ਹਾਂ ਦੀਆਂ ਨਸਲਾਂ ਮੱਛੀਆਂ ਦੀਆਂ। ਪਤਾ ਨਹੀਂ ਮੈਂ ਕਿਹੜੀ ਮੱਛੀ ਦੇ ਢਿੱਡ ਵਿੱਚ ਪੈ ਚੁੱਕਾ ਆ, ਮੈਨੂੰ ਨਹੀਂ ਪਤਾ। ਮੇਰੇ ਪਰਮੇਸ਼ਰ ਜਿੰਨੀ ਵੀ ਮੇਰੀ ਹਾਲਤਮੰਦੀ ਆ, ਮੈਨੂੰ ਇਹਨਾਂ ਦੇ ਵਿੱਚੋਂ ਕੱਢ ਲਾ ਮੇਰੇ ਪਰਮੇਸ਼ਰ। ਜਿਵੇਂ ਤੂੰ ਜਨਾਹ ਨਬੀ ਦੀ ਗੱਲ ਅੱਜ ਪੁਕਾਰ ਸੁਣ ਲਈ ਆ, ਅੱਜ ਤੂੰ ਸਾਡੀ ਪੁਕਾਰ ਨੂੰ ਵੀ ਪਰਮੇਸ਼ਰ ਸੁਣ ਲਾ, ਸਰੋਤਿਆਂ ਦੀ ਪੁਕਾਰ ਨੂੰ ਵੀ ਸੁਣ ਲਾ ਮੇਰੇ ਪਰਮੇਸ਼ਰ, ਤੇ ਬੁਲਾਰੇ ਦੀ ਪੁਕਾਰ ਨੂੰ ਵੀ ਸੁਣ ਲਾ ਮੇਰੇ ਪਿਤਾ। ਤੇਰੇ ਅੱਗੇ ਹੱਥ ਜੋੜਦੇ ਆ, ਜਦ ਮੈਂ ਜਨਾਹ ਨਬੀ ਨੂੰ ਮੱਛੀ ਦੇ ਢਿੱਡ ਵਿੱਚੋਂ ਤੁਸੀਂ ਕੱਢਣ ਜਾ ਰਹੇ ਆ, ਨਾਲ ਹੀ ਸਾਨੂੰ ਵੀ ਇਸ ਮੱਛੀ ਦੇ ਢਿੱਡ ਵਿੱਚੋਂ ਕੱਢ ਲਾ ਮੇਰੇ ਪਰਮੇਸ਼ਰ। ਸਾਡੇ ਉੱਤੇ ਦਇਆ ਕਰ, ਅਸੀਂ ਇਸ ਮੱਛੀ ਦੇ ਢਿੱਡ 'ਚੋਂ ਨਿਕਲ ਕੇ ਤੇਰੇ ਆਖੇ ਲੱਗੀਏ, ਅਸੀਂ ਤੇਰੇ ਹੋ ਜਾਈਏ। ਨਹੀਂ ਮੇਰੇ ਪਰਮੇਸ਼ਰ, ਸਾਨੂੰ ਜੋ ਤੂੰ ਕਹੇ ਅਸੀਂ ਸੋ ਕੰਮ ਕਰੀਏ ਮੇਰੇ ਪਰਮੇਸ਼ਰ। ਸਾਡੇ ਉੱਤੇ ਦਇਆ ਦਾ ਖਜ਼ਾਨਾ ਖੋਲ ਦੇ, ਸਾਡੇ ਉੱਤੇ ਤਰਸ ਕਰ ਮੇਰੇ ਪਰਮੇਸ਼ਰ। ਅਸੀਂ ਤੇਰੇ ਯਿਸੂ ਪਿਤਾ, ਤੇਰੇ ਨਾਮ 'ਚ ਪਰਮੇਸ਼ਰ, ਤੇਰੇ ਨਾਮ 'ਚ ਮੰਗਦੇ ਹਾਂ, ਤੁਸੀਂ ਪਾਉਂਦੇ ਹਾਂ। ਹਾਲੇਲੂਇਆ। ਹੁਣ ਇਹਨੇ ਪ੍ਰਾਰਥਨਾ ਕੀਤੀਆਂ, ਅਸੀਂ ਵੀ ਪ੍ਰਾਰਥਨਾ ਕਰਦੇ ਹਾਂ, ਅਸੀਂ ਵੀ ਨਾਲ ਹੀ ਨਿਕਲ ਰਹੇ ਹਾਂ ਮੱਛੀ ਦੇ ਢਿੱਡ 'ਚੋਂ। ਅਸੀਂ ਵਿਸ਼ਵਾਸ ਕਰਦੇ ਹਾਂ, ਆਮੀਨ। ਅਸੀਂ ਵੀ ਸੁੱਖਾਂ ਨੂੰ ਪ੍ਰਾਪਤ ਕਰ ਰਹੇ ਹਾਂ ਮੇਰੇ ਪਰਮੇਸ਼ਰ, ਅਸੀਂ ਵਿਸ਼ਵਾਸ ਕਰਦੇ ਹਾਂ। ਤਾਂ ਫਿਰ ਕੀ ਹੋਇਆ? ਪਰ ਹੇ ਯਹੋਵਾ ਮੇਰੇ ਪਰਮੇਸ਼ਰ, ਤੈਂ ਮੇਰੀ ਜਾਨ ਨੂੰ ਭੋਰੇ ਵਿੱਚੋਂ ਉਤਾਹਾਂ ਲਿਆਂਦਾ। ਜਿਸ ਵੇਲੇ ਮੇਰਾ ਜੀ ਮੇਰੇ ਵਿੱਚ ਡੁੱਬ ਗਿਆ, ਤਦ ਮੈਂ ਯਹੋਵਾ ਨੂੰ ਚੇਤੇ ਕੀਤਾ ਅਤੇ ਮੇਰੀ ਪ੍ਰਾਰਥਨਾ ਤੇਰੇ ਕੋਲ ਤੇਰੀ ਪਵਿੱਤਰ ਹੈਕਲ ਵਿੱਚ ਅੱਪੜ ਪਈ। ਅਤੇ ਜਿਹੜੇ ਫੋਕੀਆਂ ਵਿਅਰਥਾਂ ਨੂੰ ਮੰਨਦੇ ਹਨ, ਉਹ ਆਪਣੀ ਦਇਆ ਛੱਡ ਬੈਠੇ ਹਨ। ਪਰ ਮੈਂ ਧੰਨ ਦੀ ਆਵਾਜ਼ ਨਾਲ ਤੇਰੇ ਅੱਗੇ ਬਲੀ ਚੜਾਵਾਂਗਾ। ਮੈਂ ਜੋ ਕੁਝ ਸੁਖਣਾ ਸੁਖੀ ਸੋ ਪੂਰੀ ਕਰਾਂਗਾ। ਬਚਾਓ ਯਹੋਵਾ ਵੱਲੋਂ ਹੀ ਹੈ। ਹੇ ਯਹੋਵਾ ਨੇ ਮੱਛੀ ਨੂੰ ਆਖਿਆ। ਅਰਦਾਸ ਸੁਣੀ ਗਈ। ਜਦੋਂ ਅਸੀਂ ਵੀ ਪ੍ਰਭੂ ਦੇ ਚਰਨਾਂ 'ਚ ਰੋ ਕੇ ਇਹ ਮੰਗਾਂਗੇ, ਹੇ ਪ੍ਰਭੂ ਸਾਡੇ ਪਾਪਾਂ ਤੋਂ ਸਾਨੂੰ ਕੱਢ। ਸਾਡੇ ਪਾਪ ਅਸੀਂ ਇਹ ਨਹੀਂ ਗਿਣਦੇ, ਅਸੀਂ ਪ੍ਰਭੂ ਦੇ ਅੱਗੇ ਰੋਂਦੇ ਹਾਂ, ਕਰਦੇ ਹਾਂ, ਪ੍ਰਭੂ ਮੈਨੂੰ ਆਹ ਦੇ, ਲਿਸਟ ਵੱਡੀ ਸਾਰੀ ਰੱਖ ਦਿੰਦੇ ਹਾਂ। ਪ੍ਰਭੂ ਮੈਨੂੰ ਆਹ ਦੇ, ਪ੍ਰਭੂ ਮੈਨੂੰ ਆਹ ਵੀ ਦੇ, ਪ੍ਰਭੂ ਮੈਨੂੰ ਆਹ ਵੀ ਦੇ, ਪ੍ਰਭੂ ਮੈਨੂੰ। ਗਿਣਤੀ ਦੀ ਲਿਸਟ ਹੁੰਦੀ ਹੈ ਲੰਬੀ ਸਾਰੀ, ਪ੍ਰਾਰਥਨਾ ਹੁੰਦੀ ਹੈ ਛੋਟੀ ਜਿਹੀ, ਲਿਸਟ ਹੁੰਦੀ ਆ ਲੰਬੀ ਸਾਰੀ। ਮੰਗਣਾ ਜਿਹੜਾ ਬਹੁਤ ਹੁੰਦਾ, ਤੇ ਪ੍ਰਾਰਥਨਾ ਹੁੰਦੀ ਹੈ ਨਿੱਕੀ ਜਿਹੀ, ਔਰ ਮੰਗਣ ਦੀ ਲਿਸਟ ਏਡੀ ਵੱਡੀ ਜਿਹਦੀ ਕੋਈ ਹੱਦ ਨਹੀਂ। ਹੁਣ ਇਹ ਪਰਮੇਸ਼ਰ ਦੇ ਅੱਗੇ ਬੇਨਤੀਆਂ ਕਰਦਾ ਆ। ਅਸੀਂ ਵੀ ਇਹ ਬੇਨਤੀਆਂ ਕਰਨੀਆਂ, ਪਰਮੇਸ਼ਰ ਸਾਨੂੰ ਬੇਨਤੀਆਂ ਕਰਨੀਆਂ। ਤੇ ਇਹ ਕਰੋ ਸਰੋਤਿਓ, ਚੰਗੀ ਤਰ੍ਹਾਂ ਕੰਨਾਂ ਨਾਲ ਸੁਣ ਲਓ ਗੱਲ, ਇਸ ਗੱਲ ਨੂੰ ਪੱਲੇ ਨਾਲ ਬੰਨ੍ਹ ਲਓ।
ਅਸੀਂ ਬੇਨਤੀਆਂ ਕਰਨੀਆਂ ਆ ਪਰਮੇਸ਼ਰ ਦੇ ਅੱਗੇ, ਪ੍ਰਭੂ ਮੇਰੇ ਵਿੱਚੋਂ ਜਿਲਸ ਕੱਢ ਦੇ, ਮੇਰੇ ਵਿੱਚੋਂ ਵੈਰ ਕੱਢ ਦੇ, ਮੇਰੇ ਵਿੱਚੋਂ ਵਿਰੋਧ ਕੱਢ ਦੇ, ਮੇਰੇ ਵਿੱਚੋਂ ਈਰਖਾ ਕੱਢ ਦੇ, ਮੇਰੇ ਵਿੱਚੋਂ ਹੰਕਾਰ ਕੱਢ ਦੇ, ਮੇਰੇ ਵਿੱਚੋਂ ਦੁਬਦਾ ਕੱਢ ਦੇ, ਮੇਰੇ ਵਿੱਚੋਂ ਜਿਲਸ ਤੇ ਸਾੜੇ ਨੂੰ ਕੱਢ ਦੇ। ਮੈਨੂੰ ਅਕਲ ਮਤ ਬੁੱਧ ਨਾ ਭਰ ਦੇ, ਮੈਨੂੰ ਪ੍ਰੇਮ ਦੇ ਦੇ, ਮੈਨੂੰ ਨਿਹਚਾ ਦੇ ਦੇ ਪ੍ਰਭੂ, ਮੈਨੂੰ ਹਲੀਮੀ ਦੇ ਦੇ ਪ੍ਰਭੂ, ਮੈਂ ਤੇਰੇ ਕਦਮਾਂ ਦੇ ਪਿੱਛੇ ਚੱਲ ਸਕਾਂ। ਮੇਰੇ ਤੇ ਤਰਸ ਕਰ ਪ੍ਰਭੂ, ਮੇਰੇ ਔਗਣਾਂ ਨੂੰ ਮੇਰੇ ਤੇ ਜ਼ਾਹਰ ਕਰ ਦੇ ਪ੍ਰਭੂ, ਮੇਰੇ ਪਾਪਾਂ ਨੂੰ ਮਾਫ਼ ਕਰ ਦੇ ਪ੍ਰਭੂ, ਮੈਨੂੰ ਆਪਣੀ ਝੋਲੀ ਵਿੱਚ ਪਾ ਲਾ ਪ੍ਰਭੂ, ਮੇਰੇ ਆਪਣੇ ਚਰਨਾਂ ਦੇ ਵਿੱਚ ਬਿਠਾ ਲਾ। ਇਹ ਬੇਨਤੀਆਂ ਕਰਿਆ ਕਰੀਏ, ਇਹ ਬੇਨਤੀਆਂ ਸਾਡਾ ਫਰਜ਼ ਆ ਕਰਨਾ। ਪ੍ਰਭੂ ਸਾਡਾ ਸਾਨੂੰ ਆਪੇ ਹੀ ਹੋਰ ਕੀ ਨਹੀਂ ਦਿੰਦਾ, ਉਹਨੂੰ ਸਾਡੇ ਸਾਰੇ ਆਪੇ ਹੀ ਫਿਕਰਿਆ, ਜਿਹੜਾ ਜਿਹਨੇ ਪੇਟ ਵਿੱਚ ਰਕਸ਼ਾ ਕੀਤੀ ਸੀ। ਅਸੀਂ ਉਹਦੇ ਨਾਲ ਘੜੀ ਬਿਤਾਉਣ ਨੂੰ ਤਿਆਰ ਨਹੀਂ। ਜਿਹਨੇ ਤੇਰੀ ਪੇਟ ਵਿੱਚ ਰਕਸ਼ਾ ਕੀਤੀ ਸੀ, ਓਏ ਲੋਕੋ ਰਕਸ਼ਾ ਕੀਤੀ ਸੀ, ਓਏ ਦੱਸ ਕਿਹੜੀ ਘੜੀ ਉਹਦੇ ਨਾਲ ਬੀਤੀ ਸੀ। ਕਦੀ ਉਹਦੇ ਨਾਲ ਅੱਖਾਂ ਲਾਈਆਂ, ਕਦੀ ਉਹਦੇ ਨਾਲ ਦਿਲ ਜੋੜਿਆ, ਕਦੀ ਉਹਦੇ ਨਾਲ ਇਕਾਂਤ ਵਿੱਚ ਬੈਠ ਕੇ ਤੇ ਰੀਝਾਂ ਨਾਲ ਪਰਮੇਸ਼ਰ ਦੀਆਂ ਗੱਲਾਂ ਨੂੰ ਸੁਣਿਆ? ਕਦੀ ਵੀ ਨਹੀਂ। ਘੰਟਿਆਂ ਦੇ ਘੰਟੇ ਟੈਲੀਵਿਜ਼ਨ 'ਤੇ ਉਹ ਕੀ ਕਹਿੰਦੇ ਨਾਟਕ ਜਿਹੜੇ, ਓਏ ਹੋਏ ਹੋਏ ਹੋਏ, ਕੀ ਕਹੀਏ ਉਹਨਾਂ ਨਾਟਕਾਂ ਦੇ ਬਾਰੇ ਜਾਈਏ, ਉਹਨਾਂ ਨਾਟਕਾਂ ਨੂੰ ਕੀ ਕਹੀਏ, ਕੀ ਨਾਂ ਦਈਏ। ਉਹਨਾਂ ਦੇ ਦੁਆਲੇ ਲੱਗੇ ਥੱਕਦੀ ਨਹੀਂ ਦੁਨੀਆ, ਓਏ ਹੋਏ ਨਹੀਂ ਥੱਕਦੀ। ਪਰਮੇਸ਼ਰ ਲਈ ਪ੍ਰਾਰਥਨਾ ਕਰੋ ਨਾ, ਉਹ ਛੋਟੀ ਕਿਉਂ ਨਹੀਂ ਕੀਤੀ, ਉਹ ਵੱਡੀ ਕਿਉਂ ਕਰ ਦਿੱਤੀ ਆ? ਉਹ ਤੇਰੀ ਤਾਂ ਪ੍ਰਾਰਥਨਾ ਨਹੀਂ ਮੁੱਕਦੀ, ਇੰਨੀ ਲੰਮੀ ਕਿਉਂ? ਹੱਦ ਹੋ ਗਈ। ਉਹ 2-4 ਮਿੰਟ ਵੀ ਘੰਟਿਆਂ ਵਰਗੇ ਲੱਗਦੇ ਆ ਐਸੇ ਲੋਕਾਂ ਨੂੰ। ਪ੍ਰਾਰਥਨਾ ਮੈਂ ਵੰਡੀ ਜਾਵਾਂ, ਬਚਨ ਤੇਰਾ ਮੈਨੂੰ ਇਸੇ ਕੰਮ ਤੇ ਲਾ ਦੇ। ਮੈਂ ਵੰਡੀ ਜਾਵਾਂ, ਬਚਨ ਤੇਰਾ ਮੈਨੂੰ ਇਸੇ ਕੰਮ ਤੇ ਲਾ ਦੇ। ਮੈਨੂੰ ਇਸੇ ਕੰਮ ਤੇ ਲਾ ਦੇ ਜੱਸੂ, ਇਸੇ ਹੀ ਕੰਮ ਤੇ ਲਾ ਦੇ। ਤੂੰ ਮੈਨੂੰ ਲਾਇਆ ਵੀ ਆ, ਹੋਰ ਲਾ ਦੇ, ਹੋਰ ਡੂੰਘਾ ਖਜ਼ਾਨਾ ਮੈਨੂੰ ਦੇ। ਮੈਂ ਵੰਡੀ ਜਾਵਾਂ, ਤੂੰ ਕਰਕੇ ਵੰਡੀ ਜਾਵਾਂ, ਤੂੰ करके वंडी जावा। जब तू आया था दुनिया में सब हंसते थे, तू रोता था। सब हसदे आ जदों तू दुनिया ते आना, पर तू रोंदा होना। जब तू आया था, किसी शायर ने लिखा, जब तू आया था दुनिया में सब हंसते थे, तू रोता था। सफल कर ऐसी जिंदगी सब रोंदे होवन ते तू हसदा जा। ऐसी जिंदगी सफल कर, किसी नूं मंदा बोल ना बोली, किसी नाल ईर्खा ना करी, हर एक दा भला करी, भला मंगी, ते फिर तैनूं सारे रोणगे तो तू हसदा जाएगा। ਤੈਨੂੰ ਜਾਣ ਦਾ ਚਾਅ ਚੜਿਆ ਹੋਊਗਾ, ਤੂੰ ਆਪਣੇ ਦਿਨ ਜਾਣ ਦੇ ਨੂੰ ਅੜੀਕ ਕਰੇਂਗਾ। ਜਿੱਦਾਂ ਪਾਲੂਸ ਕਹਿੰਦਾ, ਮੈਂ ਪਰਮੇਸ਼ਰ ਇੱਥੇ ਦੁਖੀਆਂ ਆਉਣਾ ਚਾਹੁੰਦਾ ਆ ਤੇਰੇ ਕੋਲ ਕਿ ਕਿਹੜੀ ਘੜੀ ਆ ਜਾਵਾਂ, ਪਰ ਮੈਨੂੰ ਤੂੰ ਜਿੱਥੇ ਰੱਖਿਆ, ਜਿੰਨਾ ਕੰਮ ਮੈਂ ਤੂੰ ਕਰਾਉਣਾ ਆ ਉਹ ਤੂੰ ਕਰਾ, ਤੇਰੀ ਮਰਜ਼ੀ ਪੂਰੀ ਹੋਵੇ, ਪਰ ਮੈਂ ਛੇਤੀ ਤੇਰੇ ਕੋਲ ਆਉਣਾ ਚਾਹੁੰਦਾ ਆ। ਫਿਰ ਇਨਸਾਨ ਜਦੋਂ ਰੱਬ ਦਾ ਬੱਚਾ ਬਣ ਜਾਂਦਾ ਤੇ ਫਿਰ ਬਹੁਤ ਵਾਰੀ ਇੱਥੇ ਦਿਲ ਨਹੀਂ ਲੱਗਦਾ, ਦਿਲ ਕਰਦਾ ਕਦੋਂ ਸੱਦੇ ਕਦੋਂ ਜਾਈਏ, ਕਿਉਂਕਿ ਇਸ ਸੰਸਾਰ ਸਾਗਰ ਦੇ ਵਿੱਚ ਰਹਿੰਦਿਆਂ ਕਿਤੇ ਕੋਈ ਗਲਤੀ ਨਾ ਹੋ ਜਾਵੇ। ਪਤਾ ਨਹੀਂ ਕਿਹੜੇ ਵੇਲੇ ਸ਼ੈਤਾਨੀ ਬੁੱਬਾਂ ਸ਼ੇਰਾਂ ਮਾਰਦਾ ਫਿਰਦਾ, ਬੁੱਕਦਾ ਫਿਰਦਾ ਬੱਬਰ ਸ਼ੇਰ ਦੀ ਤਰ੍ਹਾਂ, ਲੂਸੀਫਰ ਸ਼ੈਤਾਨ ਕਿਤੇ ਭੁਬਕ ਨਾ ਇਹਦੀ ਸਾਡੇ ਤੇ ਪੈ ਜਾਵੇ। ਪਰ ਪਰਮੇਸ਼ਰ ਮਿਹਰ ਜਿਨ੍ਹਾਂ ਤੇ ਰੱਖਦਾ, ਜਿਨ੍ਹਾਂ ਨੂੰ ਆਪਣੀ ਝੋਲੀ 'ਚ ਪਾ ਕੇ ਰੱਖਦਾ, ਜਿਹੜੇ ਹਰ ਵੇਲੇ ਹੰਝੂ ਉਹਦੇ ਪ੍ਰੇਮ ਦੇ ਵਗਦੇ ਆ, ਉਹਨਾਂ 'ਤੇ ਜ਼ਰੂਰ ਪਰਮੇਸ਼ਰ ਉਹਨਾਂ ਦੀ ਰਕਸ਼ਾ ਵੀ ਕਰਦਾ। ਇਸ ਚੀਜ਼ ਦਾ ਮਾਣ ਨਾ ਕਰੀਏ, ਇਸ ਚੀਜ਼ ਦਾ ਸ਼ੁਕਰਾਨਾ ਕਰੀਏ, ਮਾਣ ਨਾ ਕਰੀਏ, ਸ਼ੁਕਰਾਨਾ ਕਰੀਏ, ਤੇਰਾ ਧੰਨਵਾਦ ਕਰੀਏ। ਪਰਮੇਸ਼ਰ ਤੇਰਾ ਸ਼ੁਕਰੀਆ, ਤੂੰ ਸਾਨੂੰ ਆਪਣੇ ਸੱਜੇ ਹੱਥ ਨਾਲ ਸੰਭਾਲਿਆ ਹੋਇਆ ਆ। ਅਤੇ ਆਪਾਂ ਜਿਸ ਤਰ੍ਹਾਂ ਯੂਨਾਨ ਨਬੀ ਦੀਆਂ ਪ੍ਰਾਰਥਨਾ ਸੁਣੀਆਂ, ਅੱਜ ਆਪਣੀਆਂ ਵੀ ਪਰਮੇਸ਼ਰ ਨੇ ਪ੍ਰਾਰਥਨਾ ਸੁਣ ਲਈਆਂ ਆ। ਸਰੋਤਿਓ, ਤੁਹਾਡੀਆਂ ਸਾਡੀਆਂ ਸਭ ਦੀਆਂ ਸੁਣ ਲਈਆਂ ਆ। ਸਾਨੂੰ ਮੱਛੀ ਦੇ ਢਿੱਡ ਵਿੱਚੋਂ ਮਾਨੋ ਕੱਢ ਲਿਆ ਆ। ਜਦੋਂ ਅਸੀਂ ਇੱਦਾਂ ਬੇਨਤੀਆਂ ਕਰਾਂਗੇ, ਤੁਹਾਡੇ ਦੁੱਖ ਦੂਰ ਹੋਣਗੇ,
ਸਾਡੇ ਦੁੱਖ ਦੂਰ ਹੋਣਗੇ, ਸਾਡੇ ਤੁਹਾਡੇ ਦੁੱਖ ਦੂਰ ਹੋਣਗੇ। हे ਪਰਮੇਸ਼ਰ, ਸਾਨੂੰ ਮੱਛੀ ਦੇ ਢਿੱਡ ਵਿੱਚੋਂ ਕੱਢ। ਅਸੀਂ ਆਪਣੀ ਯਾਦ ਕਰੀਏ ਅਸੀਂ ਕਿੱਥੇ ਸੀ ਔਰ ਕਿੱਥੇ ਆ। ਇੱਕ ਜਿਹੜਾ ਗਰੁੱਪ ਆ YouTube ਦੇ ਨਾਲ, ਮੇਰਾ ਇੱਕ ਛੋਟਾ ਜਿਹਾ ਗਰੁੱਪ ਵੀ ਆ, ਉਹਦੇ ਜਿਹਦੇ ਪ੍ਰਭੂ ਦੇ ਰਸਤਾ ਘਰ ਦਾ ਬਾਗਾਂ ਜਿਹਾਂ ਦੀ ਬਹੁਤ ਸੁੰਦਰਤਾ ਦੇ ਵਿੱਚ ਉਹਦਾ ਨਾਂ ਹੈਗਾ। ਉਹਦੇ ਵਿੱਚ ਪਾਇਆ ਹੈ ਛੋਟੇ ਜਿਹੇ ਬੱਚੇ ਦੀ ਫੋਟੋ, ਕੋਈ ਸੋਹਣੀ ਮੈਨੂੰ ਕਿਸੇ ਨੇ ਭੇਜੀ, ਮੈਂ ਉਹਦੇ ਵਿੱਚ ਪਾਈ ਆ ਕਿ ਉਹ ਯੂ ਦਾ ਨਾਂ ਹੈਗਾ ਆ ਉਸ ਗਰੁੱਪ ਦਾ। ਇਸ ਵੇਲੇ ਮੇਰਾ ਉਧਰ ਧਿਆਨ ਨਹੀਂ, ਕਿਉਂਕਿ ਮੈਨੂੰ ਸਭ ਕੁਝ ਭੁੱਲਿਆ ਹੁੰਦਾ ਆ। ਜਦੋਂ ਮੈਂ ਪਰਮੇਸ਼ਰ ਦੀ ਗੱਲ ਕਰਦੀ ਮੈਨੂੰ ਕੋਈ ਯਾਦ ਨਹੀਂ। ਲੋਰਡ ਜੀਸਸ, ਹਾਂ, ਕਿਉਂਕਿ ਉਹ ਵੀ ਪਰਮੇਸ਼ਰ ਦੀ ਗੱਲ ਆ। ਯਾਰ ਕਰ ਲਈ ਤੇ ਛੇਤੀ ਆ ਜੂਗੀ। ਲੋਰਡ ਜੀਸਸ ਤੇ ਤੁਸੀਂ ਪਾਓਗੇ ਤੇ ਉਹ ਨਿਕਲ ਆਊਗਾ ਉੱਥੇ। ਤਾਂ ਉੱਥੇ ਬੜਾ ਉਹ ਛੋਟਾ ਜਿਹਾ ਆਰਟ ਨੇ, ਆਰਟਿਸਟ ਨੇ ਬੱਚਾ ਬਣਾਉਂਦਾ ਆ, ਫਿਰ ਉਹ ਥੋੜ੍ਹਾ ਜਿਹਾ ਵੱਡਾ ਕਰਦਾ ਆ, ਫਿਰ ਉਦੋਂ ਵੱਡਾ ਜਵਾਨ ਕਰਦਾ ਆ, ਫਿਰ ਬੁੱਢਾ ਬੁਢੇਪਾ ਆ ਜਾਂਦਾ ਆ। ਤੇ ਤੂੰ ਆਈ ਹੈ ਨਾ, ਕੀ ਹੈ ਤੂੰ, ਕਾਹਦਾ ਤੂੰ ਗੁਮਾਨ ਕਰਦਾ। ਉਹ ਮਿੱਟੀ ਦਾ ਬਣਿਆ ਹੋਇਆ ਖਿਲੌਣਿਆਂ, ਮਿੱਟੀ ਦਾ ਖਿਲੌਣਾ, ਮਿੱਟੀ ਦਾ ਖਿਲੌਣਾ, ਮਿੱਟੀ ਦੇ ਖਿਲੌਣਿਆਂ ਤੇ ਟੁੱਟ ਜਾਣ ਵਾਲਿਆ, ਉਹ ਟੁੱਟ ਜਾਣ ਵਾਲਿਆ, ਤੂੰ ਮਿੱਟੀ ਦਾ ਖਿਲੌਣਾ। ਓਏ ਕਾਹਦਾ ਤੂੰ ਗਮਾਨ ਕਰਦਾ, ਇੱਕ ਸਾਦਾ ਪਰਾਉਣਾ, ਓਏ ਤੂੰ ਇੱਕ ਸਾਦਾ ਪਰਾਉਣਾ। ਤਾਂ ਗਮਾਨ ਛੱਡ ਦੇਈਏ ਬਸ। ਤਾਂ ਹੁਣ ਪਰਮੇਸ਼ਰ ਨੇ ਯੋਨਾਹ ਨਬੀ ਨੂੰ ਬਖਸ਼ਿਆ ਔਰ ਸਾਨੂੰ ਯਾਦ ਕਰਾਇਆ ਕਿ ਤੁਹਾਨੂੰ ਮੈਂ ਮਾਂ ਦੇ ਪੇਟ ਦੇ ਵਿੱਚ, ਯੋਨਾਹ ਨਬੀ ਨੂੰ ਤਾਂ 3 ਦਿਨ ਰਾਤ ਰੱਖਿਆ ਆ, ਤੁਹਾਨੂੰ ਸਾਨੂੰ 8-9 ਮਹੀਨੇ ਮਾਂ ਦੇ ਗਰਭ 'ਚ ਰੱਖਿਆ ਆ। ਉਹ ਕੋਈ ਮੱਛੀ ਦੇ ਢਿੱਡ ਨਾਲੋਂ ਘੱਟ ਨਹੀਂ ਸੀ, ਉਹ ਵੀ ਸੇਮ ਸੀ। ਉੱਥੇ ਤਾਂ ਪ੍ਰਾਰਥਨਾ ਕਰਦਾ ਸੀ ਯੋਨਾਹ ਨਬੀ। ਸਾਡਾ ਸਰੀਰ ਦੀ ਜਿਹੜੀ ਸੋਲ ਆ ਉਹ ਵੀ ਪਰਮੇਸ਼ਰ ਦੇ ਨਾਲ ਪ੍ਰਾਰਥਨਾ ਕਰਦੀ ਹੁੰਦੀ ਹੈ ਮਾਂ ਦੇ ਢਿੱਡ ਵਿੱਚ, ਮੈਨੂੰ ਇੱਥੋਂ ਕੱਢ, ਮੈਨੂੰ ਇੱਥੋਂ ਕੱਢ, ਤੈਨੂੰ ਕਦੀ ਨਹੀਂ ਭੁੱਲੂੰਗਾ, ਕਦੀ ਨਹੀਂ ਭੁੱਲੂੰਗਾ ਪਰਮੇਸ਼ਰ, ਮੈਂ ਸਦਾ ਤੈਨੂੰ ਯਾਦ ਰੱਖੂੰਗਾ। ਸਾਰੇ ਪ੍ਰਾਮਸ ਕਰ ਕਰਕੇ, ਜਿੱਦਾਂ ਮੂਸਾ ਦੇ ਨਾਲ ਪ੍ਰਾਮਸ ਕਰ ਕਰਕੇ ਮੁੱਕਰੀ ਜਾਂਦੇ ਆ, ਅਤੇ ਫਿਰ ਉਹ ਕਿੱਦਾਂ ਤੋੜ ਬੁੜ ਮੂਸਾ ਦੁਆਲੇ ਕਰਦੇ ਆ, ਅਸੀਂ ਫਿਰ ਤੋੜ ਬੁੜ ਪਰਮੇਸ਼ਰ ਦੁਆਲੇ ਕਰਨ ਲੱਗ ਜਾਂਦੇ, ਬਾਹਰ ਨਿਕਲ ਕੇ। ਕਰਤੂਤਾਂ ਆਪਣੀਆਂ ਵੱਲ ਨਹੀਂ ਦੇਖਦੇ, ਔਗਣ ਆਪਣੇ ਨਹੀਂ ਦੇਖਦੇ, ਸਦਾ ਹੀ ਔਗਣ ਦੂਜੇ ਦੇ ਦੇਖਣ 'ਚ ਰਹਿੰਦੇ ਹਾਂ। ਸਦਾ ਹੀ ਜਿੱਦਣ ਅਸੀਂ ਆਪਣੇ ਔਗਣਾਂ ਨੂੰ ਦੇਖਣ ਲੱਗ ਜਾਏ ਅਸੀਂ ਸੁਖੀ ਹੋ ਜਾਵਾਂਗੇ। ਔਗਣ ਸਾਰੇ ਪੱਥਰ ਆ, ਅਤੇ ਪੱਥਰਾਂ ਨੂੰ ਫਿਰ ਅਸੀਂ ਚੱਕਣ ਲੱਗ ਜਾਵਾਂਗੇ, ਕਿਉਂਕਿ ਅਸੀਂ ਪਰਮੇਸ਼ਰ ਨੂੰ ਹਰ ਵੇਲੇ ਕਹੀਏ ਸਾਡੇ ਔਗਣ ਸਾਡੇ 'ਤੇ ਜ਼ਾਹਰ ਕਰ। ਅਸੀਂ ਉਹਨਾਂ ਔਗਣਾਂ 'ਚੋਂ ਜਦੋਂ ਨਿਕਲਾਂਗੇ, ਜਦੋਂ ਅਸੀਂ ਪਰਮੇਸ਼ਰ ਤੋਂ ਮੰਗਾਂਗੇ, ਅਤੇ ਤਾਂ ਹੀ ਅਸੀਂ ਉਹਨਾਂ ਔਗਣਾਂ ਨੂੰ ਚੇਤੇ ਆਪਣੇ ਨੂੰ ਅਸੀਂ ਕਰਾਂਗੇ ਨਾ। ਅਸੀਂ ਤਾਂ ਹਰ ਵੇਲੇ ਦੂਜੇ ਦੇ ਔਗਣ ਦੇਖਦੇ ਹਾਂ। ਦੂਜੇ ਤੋਂ ਕੋਈ ਗਲਤੀ ਹੋ ਗਈ, ਦੇ ਤੇਰੇ ਦੀ ਉਹਦੇ ਦੁਆਲੇ ਪੇਸ਼ ਪੈ ਜਾਣਾ, ਆਪ ਤੋਂ ਗਲਤੀ ਹੋ ਗਈ, ਉਹਨੂੰ ਛੁਪਾ ਦਿਓ, ਛੁਪਾ ਦਿਓ, ਛੁਪਾ ਦਿਓ। ਇਹ ਕਿੱਥੇ ਦਾ ਗਿਆਨ ਆ? ਆਪਣੀ ਗਲਤੀ ਨੂੰ ਜ਼ਾਹਰ ਕਰ, ਦੂਜੇ ਦੇ ਔਗਣ ਨੂੰ ਛੁਪਾ। ਇਹ ਪਰਮੇਸ਼ਰ ਦਾ ਹੁਕਮ ਹੈ। ਆਪਣੀ ਗਲਤੀ ਹੋ ਗਈ, ਤੂੰ ਕਹਿ ਮੇਰੇ ਤੋਂ ਗਲਤੀ ਹੋਈ ਸੀਗੀ, ਮੈਂ ਸੌਰੀ ਹਾਂ, ਤੈਨੂੰ ਕੋਈ ਕੁਛ ਨਹੀਂ ਕਹਿਣ ਲੱਗਾ। ਪਰ ਤੂੰ ਆਪਣੀ ਗਲਤੀ ਨੂੰ ਛੁਪਾਉਂਦਾ ਰਹੀ ਨਾ, ਦੂਜੇ ਦੀ ਨੂੰ ਨਿੱਕੀ ਜਿਹੀ ਕਿਤੇ ਹੋ ਜਾਏ ਤੂੰ ਉਹਨੂੰ ਬੜੀ ਤਾਂ ਚੱਕਦਾ ਹੈ। ਕਿੰਨਾ ਕੁ ਚਿਰ ਤੂੰ ਇਹ ਕੰਮ ਕਰ ਲਵੇਂਗਾ? ਲਿਮਿਟ ਤਾਂ ਹੈਗੀ ਆ ਨਾ, ਲਿਮਿਟ ਤਾਂ ਹੈਗੀ ਆ ਨਾ। ਕਿਉਂ ਨਹੀਂ ਸਮਝਦਾ ਇਸ ਲਿਮਿਟ ਨੂੰ? ਸੋ ਸਾਨੂੰ ਯਾਦ ਕਰੀਏ ਕਿ ਸਾਨੂੰ ਵੀ ਪਰਮੇਸ਼ਰ ਨੇ 9 ਮਹੀਨੇ 8 ਮਹੀਨੇ ਮਾਂ ਦੇ ਗਰਭ 'ਚ ਰੱਖਿਆ ਆ, ਮਾਂ ਦੇ ਗਰਭ 'ਚ ਬਣਾਇਆ ਆ, ਫਿਰ ਸਾਨੂੰ ਬਾਹਰ ਕੱਢਿਆ ਆ। ਇਸੇ ਤਰ੍ਹਾਂ ਅੱਜ ਜਿੱਦਾਂ ਯੋਨਾਹ ਨਬੀ ਨੇ ਬੇਨਤੀਆਂ ਕੀਤੀਆਂ, ਮਾਫੀਆਂ ਮਿਲੀਆਂ, ਅਤੇ ਉਹਨੂੰ ਬਾਹਰ ਕੱਢਿਆ, ਅਤੇ ਇਹ ਸਾਨੂੰ ਵੀ ਬਾਹਰ ਕੱਢ ਲਿਆ ਸਾਡੇ ਪਾਪਾਂ ਤੋਂ, ਸਾਡੇ ਦੁੱਖਾਂ ਤੋਂ। ਸਾਡਾ ਛੁਟਕਾਰਾ ਪਰਮੇਸ਼ਰ ਨੇ ਸਾਨੂੰ ਦਿੱਤਾ ਆ। ਅਸੀਂ ਇਸ ਤਰ੍ਹਾਂ ਪ੍ਰਾਰਥਨਾ ਕਰਾਂਗੇ, ਪਰਮੇਸ਼ਰ ਸਾਨੂੰ ਸੁਖੀ ਕਰੂਗਾ। ਕਦੀ ਹੋ ਨਹੀਂ ਸਕਦਾ ਜੇ ਅਸੀਂ ਇਸ ਤਰ੍ਹਾਂ ਦੀ ਪ੍ਰਾਰਥਨਾ ਕਰੀਏ ਪਰਮੇਸ਼ਰ ਨਾਲ ਜੁੜ ਕੇ। ਅਸੀਂ ਸੁਖੀ ਨਾ ਹੋਈਏ, ਅਸੀਂ ਸੁਖੀ ਹੋਵਾਂਗੇ। ਅਸੀਂ ਸੁਖੀ ਹੋ ਗਏ ਹਾਂ। ਆਮੀਨ। ਅਸੀਂ ਇਸੇ ਤਰ੍ਹਾਂ ਮੰਨਣਾ ਆ। ਤਾਂ ਇਸ ਤਰ੍ਹਾਂ ਹੁਣ ਕੀ ਹੋਇਆ, ਜਦੋਂ
ਉਹਨੇ ਇੰਨੀਆਂ ਪ੍ਰਾਰਥਨਾਵਾਂ ਕੀਤੀਆਂ ਸੀ ਤੇ ਅਸੀਂ ਵੀ ਇਸੇ ਤਰ੍ਹਾਂ ਪ੍ਰਾਰਥਨਾਵਾਂ ਕੀਤੀਆਂ ਆ ਤੇ ਪਰਮੇਸ਼ਰ ਨੇ ਸਾਡੇ ਤੇ ਵੀ ਮਿਹਰ ਕਰ ਦਿੱਤੀ ਆ। ਪਰ ਹੇ ਯਹੋਵਾ ਮੇਰੇ ਪਰਮੇਸ਼ਰ, ਤੈਂ ਮੇਰੀ ਜਾਨ ਨੂੰ ਭੋਰੇ ਵਿੱਚੋਂ ਕੱਢ ਲਿਆਂਦਾ। ਇਹ ਆਪਾਂ ਪੜ੍ਹ ਚੁੱਕੇ ਹਾਂ। ਅਤੇ ਓਕੇ ਮੈਂ ਇੱਥੇ ਤੱਕ ਕਿਹਾ ਸੀ ਕਿ ਸਾਰਾ ਕਿ ਜਨਾਹ ਨੂੰ ਥਲ ਉੱਤੇ ਉਗਲਛ ਦਿੱਤਾ। ਮੱਛੀ ਨੇ, ਯਹੋਵਾ ਨੇ ਮੱਛੀ ਨੂੰ ਆਖਿਆ, ਸੋ ਉਸ ਨੇ ਜਨਾਹ ਨੂੰ ਥਲ ਉੱਤੇ ਉਗਲਛ ਦਿੱਤਾ। ਜਦੋਂ ਉਹਨੇ ਕਿਹਾ ਮੈਂ ਸਭ ਸੁੱਖ ਜੋ ਕੁਝ ਮੈਂ ਸੁਖਣਾ ਸੁਖੀ ਸੋ ਪੂਰੀ ਕਰਾਂਗਾ, ਬਚਾਓ ਯਹੋਵਾ ਵੱਲੋਂ ਹੀ ਹੈ। ਯਹੋਵਾ ਨੇ ਮੱਛੀ ਨੂੰ ਆਖਿਆ, ਸੋ ਉਸਨੇ ਜਨਾਹ ਨੂੰ ਥਲ ਦੇ ਉੱਤੇ ਉਗਲਛ ਦਿੱਤਾ। ਹੁਣ ਚੈਪਟਰ ਆ ਗਿਆ 3, ਨੀਨਵਾ ਦਾ ਪਛਤਾਵਾ। ਹੁਣ ਇਹ ਪਹੁੰਚਾ ਨੀਨਵਾ ਸ਼ਹਿਰ ਦੇ ਵਿੱਚ। ਉਹ ਹੁਣ ਨੀਨਵਾ ਸ਼ਹਿਰ, ਅਸੀਂ ਵੀ ਮਾਂ ਦੇ ਪੇਟ 'ਚੋਂ ਜਨਮ ਲੈ ਲਿਆ ਆ ਤੇ ਜਨਾਹ ਨਵੀ ਨੇ ਵੀ ਮੱਛੀ ਦੇ ਪੇਟ 'ਚੋਂ ਹੁਣ ਜਨਮ ਲੈ ਲਿਆ ਆ। ਅਸੀਂ ਵੀ ਮੱਛੀ ਦੇ ਫੀਲਿੰਗ ਦੇ ਨਾਲ ਮੱਛੀ ਦੇ ਪੇਟ 'ਚੋਂ ਨਿਕਲ ਆਏ ਹਾਂ ਔਰ ਅਸੀਂ ਮਾਂ ਦੇ ਪੇਟ ਵਿੱਚੋਂ ਵੀ ਨਿਕਲ ਆਏ ਹਾਂ। ਤੇ ਹੁਣ ਨੀਨਵਾ ਦਾ ਪਛਤਾਵਾ। ਨੀਨਵਾ ਦੀ ਬਾਣੀ ਦੂਜੀ ਵਾਰ ਜਨਾਹ ਨੂੰ ਆਈ ਕਿ ਉੱਠ, ਉਸ ਵੱਡੇ ਸ਼ਹਿਰ ਨੀਨਵਾ ਨੂੰ ਜਾ ਅਤੇ ਉਸਨੂੰ ਇਸ ਗੱਲ ਦਾ ਪ੍ਰਚਾਰ ਕਰ ਜਿਹੜੀ ਮੈਂ ਤੈਨੂੰ ਦੱਸਦਾ ਹਾਂ। ਤਦ ਜਨਾਹ ਯਹੋਵਾ ਦੇ ਆਖੇ ਅਨੁਸਾਰ ਉੱਠ ਕੇ ਨੀਨਵਾ ਨੂੰ ਗਿਆ। ਨੀਨਵਾ ਇੱਕ ਬਹੁਤ ਹੀ ਵੱਡਾ ਸ਼ਹਿਰ ਸੀ, ਜਿਸ ਦੇ ਵਿੱਚ ਦਾ ਪੈਂਡਾ 3 ਦਿਨਾਂ ਦਾ ਸੀ। ਸੋ ਜਨਾਹ ਸ਼ਹਿਰ ਵਿੱਚ ਵੜਨ ਲੱਗਾ ਅਤੇ 1 ਦਿਨ ਦਾ ਪੈਂਡਾ ਕੀਤਾ। ਤਦ ਉਹਨੇ ਪੁਕਾਰਿਆ ਅਤੇ ਆਖਿਆ, ਹੋਰ 40 ਦਿਨਾਂ ਨੂੰ। ਹੁਣ ਪਰਮੇਸ਼ਰ ਨੇ ਉਹਨੂੰ ਆਵਾਜ਼ ਦਿੱਤੀ, ਭਵਿੱਖਬਾਣੀ ਉਹਦੇ ਅੰਦਰ ਪਾਈ, ਬੋਲ ਹੋਰ 40 ਦਿਨਾਂ ਦਾ ਨੀਨਵਾ। ਉਹਨੇ ਕੀ ਕਿਹਾ? ਜਾ ਕੇ ਪੈਂਡਾ ਇੱਕ ਦਿਨ ਦਾ ਪੈਂਡਾ ਕੀਤਾ। ਤਦ ਉਹਨੇ ਪੁਕਾਰਿਆ ਤੇ ਆਖਿਆ, ਹੋਰ 40 ਦਿਨਾਂ ਨੂੰ ਨੀਨਵਾ ਢਾਇਆ ਜਾਵੇਗਾ। ਨੀਨਵਾ ਢਾਇਆ ਜਾਵੇਗਾ। ਤਦ ਨੀਨਵਾ ਦੇ ਲੋਕਾਂ ਨੇ ਪਰਮੇਸ਼ਰ ਉੱਤੇ ਪ੍ਰਤੀਤ ਕੀਤੀ ਅਤੇ ਵਰਤ ਰੱਖਣ ਦਾ ਹੋਕਾ ਦਿੱਤਾ ਅਤੇ ਵੱਡਿਆਂ ਤੋਂ ਲੈ ਕੇ ਨਿੱਕਿਆਂ ਤੋੜੀ ਉਹਨਾਂ ਨੇ ਤੱਪੜ ਪਾ ਲਏ। ਹੁਣ ਇਹ ਪੜਾਅ ਫਿਰ ਆ ਗਿਆ, ਦੂਜਾ ਟ੍ਰੇਨ ਸਟੇਸ਼ਨ ਫਿਰ ਇੱਥੇ ਆ ਗਿਆ। ਇੱਥੇ ਆਪਾਂ ਹੁਣ ਫਿਰ ਖੜਨਾ, ਇੱਥੇ ਆਪਾਂ ਫਿਰ ਖੜਨਾ ਆ। ਤੱਪੜ ਕਿਹੜੇ ਪਾ ਲਏ, ਦੁਹਾਈ ਕਿਹੜੀ ਦਿੱਤੀ ਗਈ, ਪਾਪ ਕਿਹੜੇ ਸੀ, ਉਹ ਆਪਾਂ ਸਾਰਿਆਂ ਨੂੰ ਪਤਾ ਕਿ ਨੀਨਵਾ ਸ਼ਹਿਰ ਦੇ ਵਿੱਚ ਮੂਰਤੀ ਪੂਜਾ ਬਹੁਤ ਹੁੰਦੀ ਸੀ। ਰਾਜਾ, ਵਜ਼ੀਰ ਸੰਬੰਧੀ ਸਾਰੇ ਆਮ ਲੋਕ ਜਿਲਸ ਦੇ ਭਰੇ ਹੋਏ ਸੀ। ਵੈਰ ਸੀ, ਵਿਰੋਧ ਸੀ, ਹੰਕਾਰ ਸੀ, ਕਿਸੇ 'ਚ ਹਲੀਮੀ ਨਹੀਂ ਸੀ, ਨਿਰਮਤਾ ਨਹੀਂ ਸੀ, ਕੌੜਾ ਬੋਲਦੇ ਸੀ, ਝੂਠ ਬੋਲਦੇ ਸੀ, ਜਿਹੜੇ ਪਰਮੇਸ਼ਰ ਨੂੰ ਕੰਮ ਚੰਗੇ ਨਹੀਂ ਲੱਗਦੇ। ਕੋਈ ਕਿਸੇ ਗਰੀਬ ਦੀ ਸੇਵਾ ਨਹੀਂ ਕਰਦਾ ਸੀ। ਜਿਸ ਤਰ੍ਹਾਂ ਪਰਮੇਸ਼ਰ ਦਾ ਹੁਕਮ ਆ, ਯਤੀਮਾਂ ਤੇ ਵਿਧਵਾ ਦੀ ਸੇਵਾ ਕਰੋ। ਕੋਈ ਰੱਬ ਵਾਲੇ ਪਾਸੇ ਨੂੰ ਨਹੀਂ, ਮੂਰਤੀ ਪੂਜਾ ਕਰਦੇ ਸੀ। ਜਦੋਂ ਹੀ ਇਹ ਪਰਮੇਸ਼ਰ ਦੇ ਦਾਸ ਨੇ ਇਹ ਜਾ ਕੇ ਬੋਲੇ ਤਾਂ ਕਿਉਂਕਿ ਜਦੋਂ ਪਰਮੇਸ਼ਰ ਦਾ ਕੋਈ ਸੱਚਾ ਦਾਸ ਔਰ ਪਰਮੇਸ਼ਰ ਦੇ ਬਚਨ ਸਿੱਧੇ ਕਹੇ ਹੋਏ ਹੋਣ ਤਾਂ ਉਹ ਤੀਰ ਵਾਂਗੂ ਕੰਮ ਕਰਦੇ ਆ। ਜਿੱਦਾਂ ਉੱਪਰੋਂ ਮੀਂਹ ਆ ਜਾਵੇ, ਉਹਨੂੰ ਕੋਈ ਰੋਕ ਨਹੀਂ ਸਕਦਾ। ਉੱਪਰੋਂ ਮੂਹਰੇ ਤਾਰ ਮੀਂਹ ਆ ਜਾਵੇ, ਉਹਨੂੰ ਕੋਈ ਰੋਕ ਨਹੀਂ ਸਕਦਾ। ਕੌਣ ਜਿਹੜਾ ਰੋਕ ਕੇ ਦਿਖਾਲੇ ਵੀ ਮੀਂਹ ਨਾ ਪਵੇ ਤੇ ਵਗਦਾ ਮੀਂਹ ਉੱਤੋਂ ਬੰਦ ਹੋ ਜਾਵੇ, ਭਾਵੇਂ ਹੜ੍ਹ ਆ ਜਾਵੇ, ਰੋਕਦਾ ਨਹੀਂ, ਚੱਲਦਾ ਕਈ ਦਿਨ ਮੀਂਹ ਚੱਲਦਾ। ਜਦੋਂ ਪਰਮੇਸ਼ਰ ਦੇ ਬਚਨ ਦਿੱਤੇ ਹੋਏ ਸੀਗੇ ਮਹਾਨ, ਤੇ ਉਹਨਾਂ ਦੇ ਦਿਲ ਵਿੱਚ ਉਹਨਾਂ ਨੇ ਘਰ ਕੀਤਾ। ਜਦੋਂ ਜਨਾਹ ਨਬੀ ਨੇ ਕਿਹਾ ਕਿ ਇਹ ਸ਼ਹਿਰ 40 ਦਿਨਾਂ ਨੂੰ ਨਾਸ ਹੋ ਜਾਊਗਾ, ਤੁਸੀਂ ਯਹੋਵਾ ਤੋਂ ਬੇਮੁਖ ਹੋ ਗਏ ਆ,
ਮੂਰਤੀ ਪੂਜਾ 'ਚ ਖੱਪ ਗਏ ਆ, ਆਪਣੇ ਪਾਪਾਂ ਦੇ ਵਿੱਚ ਖੱਪ ਗਏ ਆ, ਹੰਕਾਰ ਦੇ ਅੰਦਰ ਮੱਤੇ ਗਏ ਆ। ਕਾਮ ਕ੍ਰੋਧ ਜਲਸ ਵੈਰ ਵਿਰੋਧਾਂ ਨੂੰ ਤੁਸੀਂ ਆਪਣੇ ਅਗੂਏ ਬਣਾ ਲਿਆ, ਸ਼ੈਤਾਨ ਨੂੰ ਅਗੂਆ ਬਣਾ ਲਿਆ। ਤਾਂ ਫਿਰ ਕੀ ਹੋਇਆ? ਉਹਨਾਂ ਨੇ ਸਾਰਿਆਂ ਨੇ ਇਸ ਆਵਾਜ਼ ਨੂੰ ਸੁਣਿਆ, ਤਦ ਜਿਨ੍ਹਾਂ ਨੇ ਆਖੇ ਅਨੁਸਾਰ ਉੱਠ ਕੇ ਨੀਨਵਾ ਨੂੰ ਗਿਆ। ਤਦ ਇੱਕ ਬਹੁਤ ਹੀ ਵੱਡਾ ਸ਼ਹਿਰ ਸੀ, ਜਿਹਦੇ ਵਿੱਚ ਦਾ ਪੈਂਡਾ 3 ਦਿਨਾਂ ਦਾ ਸੀ। ਜੋ ਜਿਨਾਹ ਸ਼ਹਿਰ ਵਿੱਚ ਵੜਨ ਲੱਗਾ ਤੇ 1 ਦਿਨ ਦਾ ਪੈਂਡਾ ਕੀਤਾ, ਤਦ ਉਹਨੇ ਪੁਕਾਰਿਆ ਤੇ ਆਖਿਆ, ਹੋਰ 40 ਦਿਨਾਂ ਨੂੰ ਨੀਨਵਾ ਢਾਇਆ ਜਾਵੇਗਾ। ਤਦ ਨੀਨਵਾ ਦੇ ਲੋਕਾਂ ਨੇ ਪਰਮੇਸ਼ਰ ਉੱਤੇ ਪ੍ਰਤੀਤ ਕੀਤੀ ਅਤੇ ਵਰਤ ਰੱਖਣ ਦਾ ਹੋਕਾ ਦਿੱਤਾ, ਅਤੇ ਵੱਡਿਆਂ ਤੋਂ ਲੈ ਕੇ ਨਿੱਕਿਆਂ ਤੋੜੀ ਉਹਨਾਂ ਨੇ ਤੱਪੜ ਪਾ ਲਏ। ਵੱਡਿਆਂ ਤੋਂ ਲੈ ਕੇ ਨਿੱਕਿਆਂ ਤੱਕ ਤੱਪੜ ਪਾ ਲਏ, ਤੱਪੜ ਆਪਣੇ ਵਿਛਾ ਲਏ ਉਹਨਾਂ ਨੇ। ਪ੍ਰੇਮ ਦੇ ਤੱਪੜ, ਪ੍ਰੇਮ ਦੇ ਤੱਪੜ ਵਿਛਾ ਲਏ। ਨੇਚਾ ਦੇ ਉਹਨਾਂ ਨੇ ਵਰਤ ਰੱਖ ਲਏ। ਸੱਚੀ ਮੁੱਚੀ ਤੱਪੜ ਵੀ ਵਿਛਾਏ, ਪਰ ਪ੍ਰਤੀਕ ਕਰਦੇ ਆ ਪ੍ਰੇਮ ਦੀ। ਸੱਚੀ ਮੁੱਚੀ ਦੇ ਤੱਪੜ ਵੀ ਦੁਨਿਆਵੀ ਵੀ ਵਿਛਾਏ, ਪਰ ਪ੍ਰਤੀਕ ਕਰਦੇ ਆ, ਸਾਨੂੰ ਦੱਸਦੇ ਆ ਕਿ ਪ੍ਰੇਮ ਦੀ। ਪ੍ਰੇਮ ਪੈਦਾ ਹੋ ਗਿਆ ਉਹਨਾਂ ਦੇ ਅੰਦਰ। ਜਿਹੜੇ ਵਰਤ ਰੱਖੇ ਉਹਨਾਂ ਦੇ ਅੰਦਰ, ਉਸ ਵਰਤ ਦੇ ਅੰਦਰ ਨਿਸ਼ਚਾ ਪੈਦਾ ਹੋ ਗਈ, ਜਿਹੜੀ ਸਾਡੇ ਅੰਦਰ ਹੋਣੀ ਚਾਹੀਦੀ ਆ। ਕਿ ਦਿਖਾਵੇ ਦਾ ਵਰਤ ਰੱਖ ਲਿਆ, ਨਿਸ਼ਚਾ ਹੈ ਹੀ ਕੋਈ ਨਹੀਂ। ਤੱਪੜ ਵਿਛਾ ਲਿਆ ਦੁਨਿਆਵੀ, ਦਿਖਾਵਾ ਵਾਧੂ ਦਾ ਵੀ ਬੜਾ, ਬਈ ਇਹ ਸਾਧੂ ਬਣਿਆ ਆ ਤੇ ਅੰਦਰ ਹੰਕਾਰ ਬੈਠਾ ਆ। ਪ੍ਰੇਮ ਹੈ ਹੀ ਕੋਈ ਨਹੀਂ। ਪ੍ਰੇਮ ਦਾ ਤੱਪੜ, ਨਿਸ਼ਚਾ ਦੀ, ਪ੍ਰੇਮ ਦਾ ਤੱਪੜ, ਨਿਸ਼ਚਾ ਦਾ ਵਰਤ, ਤੇ ਸਿਰ 'ਚ ਸੁਆਹ ਪਛਾਤਾਪ ਦੀ ਪਾਈ। ਸੱਚੀ ਮੁੱਚੀ ਵੀ ਸੁਆਹ ਪਾਈ, ਦੁਨਿਆਵੀ ਸੁਆਹ ਵੀ ਪਾਈ, ਪਰ ਨਾਲ ਪਛਾਤਾਪ ਵੀ, ਪਛਾਤਾਪ ਦੀ ਵੀ ਪਾਈ। ਅਸੀਂ ਆਪਣੇ ਸਿਰ 'ਚ ਪਛਾਤਾਪ ਦੀ ਸੁਆਹ ਪਾਉਣੀ ਆ। ਉੱਥੇ ਪਰਮੇਸ਼ਰ ਨੇ ਉਹ ਪਵਾ ਕੇ ਦਿਖਾਈ ਆ। ਸਾਨੂੰ ਨਹੀਂ ਕਹਿੰਦਾ ਵੀ ਇਹ ਸੱਚੀ ਸੁਆਹ ਪਾ ਲਓ, ਸੱਚੀ ਤੱਪੜ ਵਿਛਾ ਲਓ। ਸਾਨੂੰ ਪਛਾਤਾਪ ਦੀ ਸੁਆਹ ਸਿਰ 'ਚ ਸਾਨੂੰ ਵੀ ਪਾਉਣੀ ਚਾਹੀਦੀ ਆ। ਆਪਣੇ ਪਛਤਾਵੇ ਦੀ ਸੁਆਹ ਸਾਨੂੰ ਵੀ ਸਿਰ 'ਚ ਪਾਉਣੀ ਚਾਹੀਦੀ ਆ। ਆਪਣੇ ਸਾਨੂੰ ਵੀ ਪ੍ਰੇਮ ਦਾ ਤੱਪੜ ਵਿਛਾਉਣਾ ਚਾਹੀਦਾ, ਬਹਿ ਜਾਣਾ ਚਾਹੀਦਾ ਉਸ ਪ੍ਰੇਮ ਦੇ ਉੱਤੇ ਗੱਦੀ ਲਾ ਕੇ। ਦੇਖ ਨਿੱਘ ਕਿੰਨਾ ਆਉਂਦਾ। ਫਿਰ ਸਾਨੂੰ ਵੀ ਵਰਤ ਰੱਖਣਾ ਚਾਹੀਦਾ ਨਿਸ਼ਚਾ ਦਾ, ਪ੍ਰਭੂ ਦੀ ਨਿਸ਼ਚਾ ਤੇ ਪ੍ਰੇਮ ਦਾ ਨਿਸ਼ਚਾ ਦਾ ਵਰਤ ਰੱਖਣਾ ਚਾਹੀਦਾ। ਸਿਰ 'ਚ ਸੁਆਹ ਸਾਡੇ ਪਛਤਾਵੇ ਦੀ ਪਾਉਣੀ ਚਾਹੀਦੀ ਸਾਨੂੰ। ਸਾਡਾ ਪਰਮੇਸ਼ਰ ਕਿੱਦਾਂ ਨਹੀਂ ਰੀਝੂਗਾ ਜਦੋਂ ਉਹਨਾਂ ਨੇ ਇਹ ਕੰਮ ਕੀਤਾ। ਮੂਰਤਾਂ ਭੰਨ ਸਿੱਟੀਆਂ, ਭੈੜੇ ਕੰਮ ਛੱਡ ਦਿੱਤੇ, ਕੌੜਾ ਬੋਲਣਾ ਛੱਡ ਦਿੱਤਾ, ਹੰਕਾਰ ਕਰਨਾ ਛੱਡ ਦਿੱਤਾ, ਅੰਦਰੋਂ ਇੱਕ ਦੂਜੇ ਨਾਲ ਵੈਰ ਕਰਨਾ ਛੱਡ ਦਿੱਤਾ। ਸਾਰਿਆਂ ਨੂੰ ਕਹਿੰਦੇ ਆਪਾਂ ਹੁਣ ਮਰ ਜਾਣਾ 40 ਦਿਨਾਂ ਨੂੰ, ਕਿਸੇ ਨੇ ਰਹਿਣਾ ਨਹੀਂ। ਉਹ ਨਹੀਂ, ਹੁਣ ਆਪਾਂ ਇਕੱਠੇ ਹੋ ਜਾਈਏ, ਇੱਕ ਦੂਜੇ ਨੂੰ ਪਿਆਰ ਕਰੀਏ, ਜੱਫੀਆਂ ਪਾ ਕੇ ਦਿਨ ਕੱਟੀਏ, ਇਕੱਠੇ ਬਹਿ ਕੇ ਟੇਬਲ ਇੱਕ 'ਤੇ ਰੋਟੀ ਖਾਈਏ, ਆਪਣੇ ਮਾਂ ਪਿਓ ਦਾ ਆਦਰ ਕਰੀਏ, ਆਪਣੇ ਭੈਣਾਂ ਭਰਾਵਾਂ ਦੇ ਨਾਲ ਸਲੂਕ ਨਾਲ ਚੱਲੀਏ, ਆਪਣੇ ਮਿੱਤਰਾਂ ਦੋਸਤਾਂ ਦੇ ਨਾਲ ਪਿਆਰ ਕਰੀਏ, ਆਪਣੇ ਰਿਸ਼ਤੇਦਾਰਾਂ ਨੂੰ ਇੱਜ਼ਤ ਦੇ ਨਾਲ ਬੁਲਾਈਏ, ਜਾਈਏ, ਸੱਦੀਏ। ਡਿਫਰੈਂਟ ਹੋ ਗਿਆ ਕੰਮ। ਫਿਰ ਇੱਕ ਬੁੱਲਾ ਹੋਇਆ ਨਾ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੱਟਣਾ ਤੇ ਇੱਧਰ ਲਾਉਣਾ, ਦੂਜੇ ਬੰਨੇ ਲਾ ਲਿਆ। ਅਸੀਂ ਦੂਜੇ ਬੰਨੇ ਹੁਣ ਲੱਗਣਾ। ਇਹ ਸਾਨੂੰ ਸੰਦੇਸ਼ ਆ ਨੀਨਵਾ, ਆ ਸਾਡਾ ਜਿਹੜਾ ਆ ਸਾਡਾ ਸਰੀਰ ਆ ਨਾ, ਆਹ ਨੀਨਵਾ ਸ਼ਹਿਰ ਆ। ਨੀਨਵਾ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਇਹ ਨੀਨਵਾ ਸ਼ਹਿਰ ਆ। ਇਹਦੇ ਅੰਦਰ ਜਿੰਨੀਆਂ ਥੋਟਾਂ ਆ ਨਾ, ਇੱਕ ਦਿਨ ਦੀਆਂ 60 70 ਹਜ਼ਾਰ ਜਿਹੜੀਆਂ ਬੰਦੇ ਨੂੰ ਜੀਣ ਨਹੀਂ ਦਿੰਦੀਆਂ ਥੋਟਾਂ। ਜਿਹੜੇ ਪਰਮੇਸ਼ਰ ਦੇ ਭੌਰੇ, ਪਰਮੇਸ਼ਰ ਦੇ ਪ੍ਰੇਮੀ ਬਣ ਜਾਂਦੇ, ਉਹਨਾਂ ਦੀਆਂ ਥੋਟਾਂ ਨਹੀਂ ਇੰਨੀਆਂ ਹੁੰਦੀਆਂ ਕਦੀ ਵੀ, ਕਿਉਂਕਿ ਉਹ ਤਾਂ ਆਪਣੇ ਸਾਹਾਂ ਨੂੰ ਗਿਣਦੇ ਆ, ਕਦੀ ਆਪਣੇ ਪਰਮੇਸ਼ਰ ਦੇ ਬਚਨ ਨੂੰ ਪੜ੍ਹਦੇ, ਪਰ ਕੋਈ ਖਿਆਲ। ਪਰ ਜਿਹੜੀਆਂ ਗਲਤ ਥੋਟਾਂ
ਜਿਹੜੀਆਂ ਘੁੰਮਦੀਆਂ ਬੰਦੇ ਦੇ ਬ੍ਰੇਨ ਦੇ ਵਿੱਚ, ਉਹਨਾਂ ਦੀ ਗਿਣਤੀ 60-70 ਹਜ਼ਾਰ ਇੱਕ ਇੱਕ ਦਿਨ ਦੀ ਆ। ਐਡਾ ਵੱਡਾ ਸ਼ਹਿਰ ਆ, ਇਹਦੇ ਭੀੜ ਮੱਚੀ ਪਈ ਇੱਥੇ। ਟ੍ਰੈਫਿਕ ਐਡੇ, ਇਸ ਸ਼ਹਿਰ ਵਿੱਚ 60-70 ਹਜ਼ਾਰ ਦੀ ਟ੍ਰੈਫਿਕ ਰੋਜ਼, ਤੇ ਇਹਨਾਂ ਦੇ ਆਗੂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਆ। ਅਗੂਗੇ ਇਹਨਾਂ ਦੇ ਅਗੂਗੇ। ਰਾਜਾ ਅਗੂਆ ਇਦਾਂ ਦਾ ਹੋਵੇ ਭੈੜਾ, ਤੇ ਆਪਣੇ ਮੁਲਕ ਨੂੰ ਗਰੀਬ ਕਰਕੇ ਸਿੱਟ ਦਿੰਦਾ ਆ, ਤਬਾਹ ਕਰ ਦਿੰਦਾ ਮੁਲਕ ਦਾ। ਉਹ ਇੱਕ ਅਗੂਆ, ਇੱਥੇ ਤੇ 5-5 ਬੈਠੇ ਆ, ਇੱਥੇ ਤੇ 5-5 ਬੈਠੇ ਆ, ਉਹ ਤਬਾਹੀ ਨਹੀਂ ਕਰਦੇ। ਇੱਕ ਸ਼ਹਿਰ ਦੇ ਵਿੱਚ ਇਸ ਦੇ ਉੱਥੇ ਤਾਂ 1,20,000 ਦੀ ਗਿਣਤੀ ਸੀ। ਇੱਥੇ ਟ੍ਰੈਫਿਕ ਰੋਜ਼ ਦੀ ਇਸ ਬਾਜ਼ਾਰ ਦੇ ਵਿੱਚ 70-70 ਹਜ਼ਾਰ, 60-60 ਹਜ਼ਾਰ ਦੀ ਰੋਜ਼ ਦੀ ਟ੍ਰੈਫਿਕ ਹੈ ਇਹਦੇ ਗਲੀਆਂ ਵਿੱਚ ਦੀ। ਤੇ ਇੱਕ ਹਫ਼ਤੇ ਦੀ ਟ੍ਰੈਫਿਕ ਕਿੰਨੀ ਬਣ ਜਾਂਦੀ ਆ। ਰੋਜ਼ ਹੀ ਬੰਦੇ ਇੰਨੇ ਘੁੰਮੀ ਜਾਂਦੇ ਇੱਥੇ, ਇੰਨੀਆਂ ਥੋਟਾਂ ਘੁੰਮੀ ਜਾਂਦੀਆਂ ਆ ਇਸ ਨੀਨਵਾ ਸ਼ਹਿਰ ਦੇ ਵਿੱਚ। ਆਹ ਨੀਨਵਾ ਸ਼ਹਿਰ ਆ, ਇਹਦੇ ਥੱਲੇ ਪ੍ਰੇਮ ਦਾ ਤੱਪੜ ਵਿਛਣਾ ਆ। ਇਹਦੇ ਦਿਲ ਨੂੰ, ਇਹਦੇ ਅੰਦਰ ਨਿਸ਼ਚਾ ਦਾ ਵਰਤ ਰੱਖਣਾ ਆ। ਇਹਨੇ ਆਪਣੇ ਸਿਰ ਦੇ ਵਿੱਚ ਪਛਤਾਪ ਦੀ ਹੁਣ ਸੁਆਹ ਪਾਉਣੀ ਆ। ਇਹ ਪਰਮੇਸ਼ਰ ਸਾਨੂੰ ਦ੍ਰਿਸ਼ਟਾਂਤ ਦਿੰਦਾ ਨੀਨਵਾ ਸ਼ਹਿਰ ਦਾ। ਇਹ ਪਰਮੇਸ਼ਰ ਜਨਾ ਨਬੀ ਦਾ ਦ੍ਰਿਸ਼ਟਾਂਤ ਦਿੰਦਾ ਆ। ਇਹ ਪਰਮੇਸ਼ਰ ਨਬੀ ਜਦੋਂ ਦੇ ਕਹੇ ਬੋਲਿਆ ਤੇ ਉਸ ਬੋਲ ਨੇ ਕੰਮ ਕੀਤਾ। ਹੁਣ ਅਸੀਂ ਪਰਮੇਸ਼ਰ ਦੇ ਕਹੇ ਇਹਨਾਂ ਬਚਨਾਂ ਨੂੰ ਅੱਜ ਪੜ੍ਹਿਆ, ਤੇ ਇਹ ਬਚਨ ਸਾਡੇ ਅੰਦਰ ਜਿਵੇਂ ਜਨਾ ਨਬੀ ਦੇ ਬੋਲ ਆ, ਇੱਦਾਂ ਹੀ ਅੱਜ ਸਾਡੇ ਅੰਦਰ ਇਹ ਬੋਲ ਕੰਮ ਕਰਨਗੇ। ਤੇ ਅਸੀਂ ਨੀਨਵਾ ਸ਼ਹਿਰ ਆਪਣੇ ਆਪ ਨੂੰ ਮੰਨਾਂਗੇ, ਅਸੀਂ ਤੱਪੜ ਵਿਛਾਵਾਂਗੇ, ਅਸੀਂ ਨਿਸ਼ਚਾ ਦੇ ਵਰਤ ਰੱਖਾਂਗੇ, ਅਸੀਂ ਆਪਣੇ ਸਿਰ 'ਚ ਪਛਤਾਪ ਦੀ ਸੁਆਹ ਪਾਵਾਂਗੇ, ਅਸੀਂ ਆਪਣੇ ਅੰਦਰੋਂ ਦੁਸ਼ਟਪੁਣੇ ਦੀਆਂ ਮੂਰਤਾਂ ਨੂੰ ਭੰਨਾਂਗੇ ਜਿਹੜੀਆਂ ਸਾਡੇ ਅੰਦਰ। ਬਾਹਰਲੀਆਂ ਮੂਰਤਾਂ ਤਾਂ ਭੰਨਣੀਆਂ, ਸਿੱਟਣੀਆਂ, ਛੱਡ ਦੇਣੀਆਂ ਸੌਖੀਆਂ ਆ। ਆਮ ਜਨਤਾ ਨੂੰ ਤਾਂ ਉਹ ਵੀ ਸੌਖੀਆਂ ਨਹੀਂ, ਉਹ ਵੀ ਬਹੁਤ ਔਖੀਆਂ ਆ। ਪੁੱਛੋ ਨਾ ਤੁਸੀਂ, ਜਿਨ੍ਹਾਂ ਨੂੰ ਵਸੀਆਂ ਮੂਰਤਾਂ ਉਹ ਕਿੱਥੇ ਛੱਡਦੇ ਆ, ਪਰ ਫੇਰ ਵੀ ਛੱਡਣੀਆਂ ਸੌਖੀਆਂ। ਪਰ ਜਿਹੜੀਆਂ ਅੰਦਰ ਵੜ ਗਈਆਂ ਨਾ ਅੰਦਰ, ਉਹ ਮੂਰਤਾਂ ਬਹੁਤ ਤੰਗ ਕਰਦੀਆਂ। ਬਾਹਰ ਦੀਆਂ ਭੰਨ ਕੇ ਅੰਦਰ ਦੀਆਂ ਭੰਨ। ਹੰਕਾਰ ਦੀ ਮੂਰਤ ਨੂੰ ਭੰਨ ਦੇ, ਕਾਮ ਦੀ ਮੂਰਤ ਨੂੰ ਭੰਨ ਦੇ, ਲੋਭ ਦੀ ਮੂਰਤ ਨੂੰ ਭੰਨ ਦੇ, ਓਏ ਵੈਰ ਦੀ ਮੂਰਤ ਨੂੰ ਭੰਨ ਦੇ, ਓਏ ਜਿਲਸ ਦੀ ਮੂਰਤ ਨੂੰ ਭੰਨ ਦੇ। ਭੰਨ ਦੇ ਇਹਨਾਂ ਮੂਰਤਾਂ ਨੂੰ, ਭੰਨ ਦੇ ਇਹਨਾਂ ਦੁਸ਼ਟਾਂ ਦੀਆਂ ਮੂਰਤਾਂ ਨੂੰ, ਭੰਨ ਦੇ ਇਸ ਸ਼ੈਤਾਨ ਦੀਆਂ ਮੂਰਤਾਂ ਨੂੰ ਆਪਣੇ ਅੰਦਰੋਂ। ਕਾਮ ਦੀ ਨੂੰ, ਕ੍ਰੋਧ ਦੀ ਨੂੰ, ਲੋਭ ਦੀ ਨੂੰ, ਮੋਹ ਦੀ ਨੂੰ, ਹੰਕਾਰ ਦੀ ਨੂੰ, ਵੈਰ ਨੂੰ, ਵਿਰੋਧ, ਤ੍ਰਿਸ਼ਨਾ ਨੂੰ, ਚੋਰੀ ਯਾਰੀ ਵਕੀਲੀ, ਕਿੰਨੀਆਂ ਮੂਰਤਾਂ। ਜੈਲਸ ਦੀ ਮੂਰਤ ਤੰਗ ਕਿੰਨਾ ਕਰਦੀ ਆ, ਸਾੜੇ ਦੀ ਮੂਰਤ, ਜੈਲਸ ਦੀ ਮੂਰਤ। ਓਏ ਭੰਨ ਦੇ ਇਹਨਾਂ ਮੂਰਤਾਂ ਨੂੰ। ਇਹ ਮੂਰਤਾਂ ਭੰਨਣੀਆਂ ਕੋਈ ਖਾਲਾ ਜੀ ਦਾ ਵਾੜਾ ਨਹੀਂ, ਇਹ ਮੂਰਤਾਂ ਭੰਨਣੀਆਂ ਕੋਈ ਸੌਖੀ ਗੱਲ ਨਹੀਂ। ਇਹ ਤਾਂ ਪਰਮੇਸ਼ਰ ਤੂੰ ਹੀ ਭੰਨੇ ਤੇ ਭੰਨੇ। ਤੇਰੇ ਅੱਗੇ ਅਰਦਾਸ ਆ ਮੇਰਿਆ ਮਾਲਕਾ, ਹੇ ਮੇਰੇ ਯਿਸੂ ਮਸੀਹ ਪਿਤਾ, ਇਹਨਾਂ ਮੂਰਤਾਂ ਨੂੰ ਸਾਡੇ ਅੰਦਰੋਂ ਭੰਨ ਦਿਓ, ਸਰੋਤਿਆਂ ਦੇ ਅੰਦਰੋਂ ਭੰਨ ਦਿਓ, ਇਸ ਬੁਲਾਰੇ ਦੇ ਅੰਦਰੋਂ ਭੰਨ ਦਿਓ। ਇਹ ਮੇਰੇ ਪਰਮੇਸ਼ਰ ਦਇਆ ਕਰੋ ਸਾਡੇ ਸਾਰਿਆਂ ਦੇ ਉੱਤੇ। ਇਹ ਮੂਰਤਾਂ ਐਸ ਨੀਨਵਾ ਸ਼ਹਿਰ ਦੇ ਵਿੱਚੋਂ ਅੱਜ ਭੱਜ ਜਾਣ, ਇਹਨਾਂ ਦਾ ਨਸ਼ਟ ਹੋ ਜਾਣ, ਇਹਨਾਂ ਦਾ ਕੱਖ ਨਾ ਰਵੇ ਮੇਰੇ ਪਰਮੇਸ਼ਰ। ਹੇ ਪਿਤਾ, ਹਾਲੇਲੂਇਆ ਹਾਲੇਲੂਇਆ। ਸਾਡੇ ਤੱਪੜ ਪ੍ਰੇਮ ਦਾ ਵਿਸ਼ਾ ਰਵੇ ਸਾਡੇ ਮੇਰੇ ਪਰਮੇਸ਼ਰ ਜੀ। ਅਸੀਂ ਸਦਾ ਤੇਰੇ ਉਪਵਾਸ, ਤੇਰੇ ਨਾਮ ਦੇ ਮੇਰੇ ਪਰਮੇਸ਼ਰ ਨਿਸ਼ਚਾ ਦੇ ਰੱਖੀਏ। ਹੇ ਮੇਰੇ ਪਰਮੇਸ਼ਰ, ਅਸੀਂ ਹਰ ਵੇਲੇ ਆਪਣੇ ਸਿਰ 'ਚ ਪਛਤਾਪ ਦੀ ਸੁਆਹ ਪਾਈਏ। ਤੇ ਦਾਤਾ ਤੂੰ ਸਾਨੂੰ ਮਾਫ਼ ਕਰਨ ਵਾਲਾ ਪਰਮੇਸ਼ਰ ਆ, ਤੂੰ ਦਿਆਲਗੀਆਂ ਦਾ ਪਰਮੇਸ਼ਰ ਆ। ਤੂੰ ਸਾਡੇ 'ਤੇ ਰਹਿਮਤ ਕਰਦੇ, ਤੂੰ ਸਾਡੇ 'ਤੇ ਦਇਆ ਕਰ ਦਿੱਤੀ ਆ। ਅਸੀਂ ਬਹੁਤ ਭਾਗਾਂ ਵਾਲੇ ਆ ਪਰਮੇਸ਼ਰ, ਜਿਨ੍ਹਾਂ ਨੂੰ ਤੂੰ ਸਾਨੂੰ ਮੌਕਾ ਦਿੱਤਾ ਆ ਇਹ ਮੰਗ ਕਰਨ ਦਾ, ਇਹ ਬਚਨ ਦਿੱਤੇ ਆ ਮੇਰੇ ਪਰਮੇਸ਼ਰ। ਇਹ ਨੀਨਵਾ ਸ਼ਹਿਰ, ਇਹ ਸਾਨੂੰ ਨੀਨਵਾ ਸ਼ਹਿਰ ਪ੍ਰਤੱਖ ਕਰਾਇਆ ਆ ਕਿ ਇਹ ਸਾਡਾ ਨੀਨਵਾ ਸ਼ਹਿਰ ਆ। ਇਹਦੇ ਕੋਲ ਅਸੀਂ ਇਹਨੂੰ ਬਚਾਉਣਾ ਆ। ਇਸ ਨੀਨਵਾ ਸ਼ਹਿਰ ਦੇ ਸਾਰੇ ਮੂਰਤੀ ਪੂਜਾ, ਇਹ ਸਾਰੀਆਂ ਮੂਰਤੀ ਪੂਜਾ ਅਸੀਂ ਬਾਹਰੋਂ ਤਾਂ ਛੱਡ ਦਿੱਤੀ, ਅਸੀਂ ਅੰਦਰ ਦੀ ਮੂਰਤੀ ਪੂਜਾ ਕਿਸੇ ਨੇ ਨਹੀਂ ਛੱਡੀ,
ਕਿਸੇ ਨੇ ਨਹੀਂ ਅਸੀਂ ਛੱਡੀ। ਸਾਨੂੰ ਛਡਾ ਲਾ ਮੇਰਿਆ ਮਾਲਕਾ ਇਸ ਮੂਰਤੀ ਪੂਜਾ ਦੇ ਵਿੱਚੋਂ। ਇਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਮੂਰਤਾਂ ਸਾਡੇ ਅੰਦਰ ਖੜੀਆਂ ਆ। ਹਾਲੇਲੂਇਆ। ਸਾਡਾ ਸਤਿਆਨਾਸ਼ ਇਹਨਾਂ ਮੂਰਤਾਂ ਨੇ ਕੀਤਾ ਹੋਇਆ ਆ। ਸਭ ਸਰੋਤਿਆਂ ਤੋਂ ਬਚਾ ਲਾ, ਸੁਣਨ ਵਾਲਿਆਂ ਨੂੰ ਫਸਾ ਲਾ, ਬਚਾ ਲਾ ਮੇਰੇ ਪਰਮੇਸ਼ਰ। ਸਭ ਕੰਨਾਂ ਨੂੰ ਕਟੋਰੇ ਬਣਾ ਕੇ, ਜਿਵੇਂ ਅੱਜ ਯੂਨਾਨ ਨਬੀ ਦੀ ਆਵਾਜ਼ ਨੀਨਵਾ ਸ਼ਹਿਰ ਦੇ ਵਾਸੀਆਂ ਦੇ ਮਗਰ ਕੰਨਾਂ ਵਿੱਚ ਪੈ ਗਈ ਆ, ਉਹਨਾਂ ਮੰਨ ਲਈ ਆ। ਅੱਜ ਦੀ ਆਵਾਜ਼ ਸਰੋਤੇ ਵੀ ਇਸੇ ਤਰ੍ਹਾਂ ਮੰਨ ਲੈਣ, ਤੇ ਵਕਤਾ ਵੀ ਬੋਲਣ ਵਾਲਾ ਮੰਨ ਲਵੇ, ਬੁਲਾਰਾ ਵੀ ਮੰਨ ਲਵੇ, ਤਾਂ ਮੇਰੇ ਪਰਮੇਸ਼ਰ ਦੇ ਪਰਿਵਾਰ ਵਿੱਚ ਵੀ ਇਹ ਬਾਤ ਦਿਲਾਂ ਵਿੱਚ ਛਾ ਜਾਵੇ ਔਰ ਸਾਰੇ ਸਰੋਤਿਆਂ ਵਿੱਚ ਛਾ ਜਾਵੇ। ਆਪਣੇ ਆਪ ਦੇ ਨੀਨਵਾ ਸ਼ਹਿਰ ਨੂੰ ਪਵਿੱਤਰ ਕਰ ਲਓ। ਇਹਦੇ ਵਿੱਚੋਂ ਮੂਰਤਾਂ ਭੰਨ ਦਿਓ, ਕੋਈ ਕਾਮ ਦੀ ਮੂਰਤ ਨੂੰ ਭੰਨ ਦਿਓ। ਆਪਣੇ ਹੱਕ ਦੇ ਉੱਤੇ ਰਹੋ। ਉਹ ਕ੍ਰੋਧ, ਨਿੱਕੀ ਨਿੱਕੀਆਂ ਗੱਲਾਂ ਦੇ ਕ੍ਰੋਧ ਚੜ੍ਹਦੇ ਆ, ਇਹਨਾਂ ਦੀ ਮੂਰਤ ਨੂੰ ਭੰਨ ਦਿਓ। ਅੰਦਰੋਂ ਤੋੜ ਸਿੱਟੋ ਇਸ ਮੂਰਤ ਨੂੰ। ਲੋਭ ਦੀ ਨੂੰ ਤੋੜ ਸਿੱਟੋ। ਆਪਣੇ ਹੱਕ ਤੇ ਕਬਜ਼ਾ ਰੱਖੋ। ਦੂਸਰਿਆਂ ਦੀ ਚੀਜ਼ ਹੜੱਪਣ ਨਾ ਜਾਓ। ਦੂਜਿਆਂ ਤੇ ਲੋਭ ਨਾ ਕਰੋ। ਇਹਨਾਂ ਮੂਰਤਾਂ ਨੂੰ, ਜਲਸਦੀਆਂ ਨੂੰ ਸਾਡੇ ਅੰਦਰੋਂ ਭੰਨ ਦੇ ਮੇਰੇ ਪਰਮੇਸ਼ਰ। ਭੰਨ ਦੇ ਇਹਨਾਂ ਮੂਰਤਾਂ ਨੂੰ। ਸਾਡੇ ਤੇ ਦਇਆ ਕਰ। ਸਰੋਤਿਆਂ ਦੇ ਸਾਰਿਆਂ ਦੇ ਉੱਤੇ ਮੇਰੇ ਪਰਮੇਸ਼ਰ ਛਾ ਜਾਵੇ ਤੇਰਾ ਬਚਨ। ਤੇਰਾ ਬਚਨ ਇਹ ਛਾ ਜਾਵੇ, ਕਰ ਕਰ ਜਾਵੇ। ਇਹ ਮੇਰੇ ਪਿਤਾ, ਇਹ ਮੇਰੇ ਪਿਤਾ, ਇਹ ਮੇਰੇ ਪਿਤਾ, ਮੈਂ ਤੈਨੂੰ ਪੁਕਾਰਦੀ ਹਾਂ। ਤੂੰ ਕਿਹਾ ਪਰਮੇਸ਼ਰ ਤੇਰੇ ਹੰਝੂਆਂ ਨੂੰ ਮੈਂ ਆਪਣੀ ਕੁੱਪੀ ਵਿੱਚ ਰੱਖਦਾ ਆ। ਇਹ ਮੇਰੇ ਪਿਤਾ, ਅਸੀਂ ਇਸ ਨੀਨਵਾ ਸ਼ਹਿਰ ਨੂੰ ਅੱਜ ਬਚਾ ਲਈਏ ਤੇਰੇ ਅੱਗੇ ਪ੍ਰਾਰਥਨਾ ਕਰਕੇ। ਤੂੰ ਸਾਡੇ ਤੇ ਰੀਝ ਜਾਵੇਂ। ਇਹ ਮੇਰੇ ਪਿਤਾ, ਤੂੰ ਸਾਡੇ ਤੇ ਰੀਝ ਜਾਵੇਂ, ਸਾਡੇ ਤੇ ਦਇਆ ਹੋ ਜਾਵੇ, ਕਿਰਪਾ ਹੋ ਜਾਵੇ ਮੇਰੇ ਪਰਮੇਸ਼ਰ, ਕਿਰਪਾ ਹੋ ਜਾਵੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਉਹ ਮੇਰੇ ਪਰਮੇਸ਼ਰ ਤੇਰਾ ਧੰਨਵਾਦ, ਤੇਰਾ ਧੰਨਵਾਦ, ਤੇਰਾ ਧੰਨਵਾਦ, ਤੇਰਾ ਧੰਨਵਾਦ, ਤੇਰਾ ਧੰਨਵਾਦ, ਤੇਰਾ ਧੰਨਵਾਦ। ਇਹ ਮੇਰੇ ਪਰਮੇਸ਼ਰ ਤੇਰਾ ਨਾਮ, ਇਹ ਮੇਰੇ ਪਰਮੇਸ਼ਰ ਯਸੂ ਨਾਸਰੀ ਤੇਰੇ ਨਾਮ 'ਚ ਅਸੀਂ ਮੰਗਦੇ ਹਾਂ। ਇਹ ਮੇਰੇ ਪਿਤਾ ਤੇਰੇ ਨਾਮ 'ਚ ਅਸੀਂ ਮੰਗਦੇ ਹਾਂ। ਇਹ ਮੇਰੇ ਪਿਤਾ, ਇਹ ਮੇਰੇ ਪਿਤਾ, ਤੇਰਾ ਸ਼ੁਕਰ ਕਰਦੇ ਹਾਂ, ਤੇਰਾ ਸ਼ੁਕਰ ਕਰਦੇ ਹਾਂ, ਤੇਰਾ ਸ਼ੁਕਰ ਕਰਦੇ ਮੇਰੇ ਪਿਤਾ, ਤੇਰਾ ਸ਼ੁਕਰ। 2 ਤੇ ਹੁਣ ਤੀਸਰਾ ਹੁਣ ਸ਼ੁਰੂ ਹੋਊਗਾ। 2 ਹੋ ਗਏ।